ਧੋਪੈ ਸੁਆਮੀ। ਮਾਨਸ ਕੀ ਗਤ ਏਹੀ, ਕੋਟ ਪਰਾਧ ਹਮਾਰੇ ਖੰਡੋ। ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨੇ ਵਿਰਦ ਰਖਾਵੋ। ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨੇ ਵਿਰਦ ਰਖਾਵੋ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਰੂਹਾਨੀਅਤ ਦੇ ਭੰਡਾਰ, ਸ਼ਹਿਨਸ਼ਾਹੇ ਕੁੱਲ ਆਲਮ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ, ਦੁਰਲਭ ਦੇਹ ਦੀਆਂ ਅਮੋਲਕ ਘੜੀਆਂ, ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰ ਜੀ ਦੇ ਪਾਵਨ ਇਤਿਹਾਸ ਨੂੰ ਵੀਰ ਰਸ ਦੇ ਰੂਪ ਵਿੱਚ ਸਿੱਖ ਕੌਮ ਦੇ ਮਹਾਨ ਢਾਡੀ ਜਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਦੀ ਲੰਡਰਾਂ ਵਾਲੇ, ਤਿਨਾਂ ਦੇ ਸਮੁੱਚੇ ਜਥੇ ਪਾਸੋਂ ਸਰਵਣ ਕਰ ਰਹੇ ਸੋ ਆਓ ਕੁਝ ਕੁ ਮਿੰਟਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਨਾਲ ਆਪੋ ਆਪਣੀ ਸੁਰਤ ਜੋੜਨ ਦਾ ਯਤਨ ਕਰੀਏ। ਵੈਸੇ ਕੀਰਤਨ ਤੋਂ ਬਾਅਦ ਕਥਾ ਤੇ ਕਥਾ ਤੋਂ ਬਾਅਦ ਢਾਡੀ ਰਾਗ ਸੋਹਣਾ ਲੱਗਦਾ, ਪਰ ਚਲੋ ਕਈ ਵਾਰ ਸਮਾਗਮਾਂ ਵਿੱਚ ਇਸ ਤਰ੍ਹਾਂ ਰਦੋ ਬਦਲ ਹੁੰਦੀ ਰਹਿੰਦੀ ਹੈ। ਜਿੰਨੇ ਵੀ ਸਰੀਰ ਤੁਸੀਂ ਜੁੜ ਬੈਠੇ ਹੋ, ਆਪੋ ਆਪਣੀ ਮਨੋਵਿਰਤੀ ਇਕਾਗਰ ਕਰੋ। ਭਾਵੇਂ ਗਰਮੀ ਬਹੁਤ ਹੈ, ਪਰ ਬਹੁਤ ਪਿਆਰ ਵਿੱਚ ਸੱਜ ਬੈਠੇ ਹੋ। ਜਿੰਨੇ ਸਰੀਰ ਥੋੜ੍ਹੇ ਦੂਰ ਬੈਠੇ ਹਨ, ਉਹਨਾਂ ਨੂੰ ਬੇਨਤੀ ਹੈ ਵੀਰਾਂ ਵੱਲ ਦੇ ਪਾਸਿਓ ਪਲੀਜ਼ ਥੋੜ੍ਹਾ ਲਾਗੇ ਹੋ ਜਾਓ, ਔਰ ਭੈਣਾਂ ਵੱਲ ਵੀ ਬੇਨਤੀ ਹੈ ਕਿ ਦੂਰ ਨਹੀਂ ਬੈਠਣਾ। ਆਪਾਂ ਅੱਗੇ ਜਗ੍ਹਾ ਹੋਵੇ ਤਾਂ ਸਤਿਗੁਰ ਜੀ ਦੇ ਨਜ਼ਦੀਕ ਬੈਠਣ ਦਾ ਯਤਨ ਕਰੋ। ਇੱਕ ਵਾਰ ਬੁਲੰਦ ਆਵਾਜ਼ ਵਿੱਚ ਹਾਜ਼ਰੀ ਲਾਓ। ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਆਪਾਂ ਜੋ ਸੰਸਾਰੀ ਲੋਕ ਇਸ ਧਰਤੀ ਤੇ ਜੀਵਨ ਬਸ਼ਰ ਕਰ ਰਹੇ ਹਾਂ, ਮਹਾਰਾਜ ਜੀ ਨੇ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਦੇ ਦੁੱਖਾਂ ਦਾ ਵੀ ਜ਼ਿਕਰ ਕੀਤਾ ਹੈ, ਔਰ ਉਹਨਾਂ ਦੁੱਖਾਂ ਦਾ ਕਾਰਨ ਵੀ ਦੱਸਿਆ, ਫਿਰ ਉਹਨਾਂ ਦੁੱਖਾਂ ਦਾ ਇਲਾਜ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੱਸਿਆ। ਪਰ ਆਪਾਂ ਸਿਰਫ ਸੰਸਾਰ ਦੇ ਦੁੱਖਾਂ ਦੀ ਗੱਲ ਸੁਣ ਕੇ ਚਲੇ ਜਾਂਦੇ ਹਾਂ। ਕੋਈ ਬੰਦਾ ਆਪਣੇ ਰੋਗਾਂ ਦੀ ਗੱਲ ਸੁਣ ਕੇ ਚਲਾ ਜਾਏ ਤੇ ਇਲਾਜ ਨਾ ਕਰਾਏ, ਉਹ ਬੰਦਾ ਕਦੇ ਵੀ ਅਰੋਗ ਨਹੀਂ ਹੋ ਸਕਦਾ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਮਹਾਰਾਜ ਜੀ ਨੇ ਸਭ ਤੋਂ ਵੱਡੀ ਗੱਲ ਕੀਤੀ ਕਿ ਧਰਤੀ ਤੇ ਰਹਿਣ ਵਾਲੇ ਹਰ ਮਨੁੱਖ ਦੇ ਮਨ ਵਿੱਚ ਦੋ ਇਛਾਵਾਂ ਰਹਿੰਦੀਆਂ ਨੇ। ਇੱਕ ਤੇ ਹਰ ਬੰਦਾ ਚਾਹੁੰਦਾ ਜ਼ਿੰਦਗੀ ਵਿੱਚ ਮੇਰੇ ਦੁੱਖਾਂ ਦੀ ਸਮਾਪਤੀ ਹੋ ਜਾਏ, ਮੈਨੂੰ ਦੁੱਖ ਨਾ ਆਉਣ, ਮੈਨੂੰ ਸੁੱਖ ਹੀ ਸੁੱਖ ਮਿਲਣ। ਔਰ ਜ਼ਿਆਦਾਤਰ 95% ਲੋਕ ਧਰਮ ਦਾ ਕਰਮ ਹੀ ਤਾਂ ਕਰ ਰਹੇ ਨੇ ਕਿ ਉਹਨਾਂ ਨੂੰ ਸੁੱਖ ਮਿਲੇ। ਜਿੰਨੇ ਵੀ ਧਰਮ ਦੇ ਕਰਮ ਹੋ ਰਹੇ ਨੇ, ਭਾਵੇਂ ਕੋਈ ਗੁਰਦੁਆਰੇ ਜਾ ਰਿਹਾ ਹੈ, ਕੋਈ ਮੰਦਰ ਜਾ ਰਿਹਾ ਹੈ, ਕੋਈ ਮਸਜਿਦ ਜਾ ਰਿਹਾ ਹੈ, ਕੋਈ ਮੱਠ ਪੂਜਾ ਕਰ ਰਿਹਾ ਹੈ, ਕੋਈ ਦਾਨ ਪੁੰਨ ਕਰ ਰਿਹਾ, ਕੋਈ ਲੰਗਰ ਛਕਾ ਰਿਹਾ ਹੈ, ਕੋਈ ਤੀਰਥਾਂ ਤੇ ਜਾ ਰਿਹਾ ਹੈ, ਤਾਂ ਇਹ ਸਭ ਕਾਸੇ ਦਾ ਮਕਸਦ 95% ਲੋਕਾਂ ਦਾ ਇਹ ਹੈ ਕਿ ਮੇਰੇ ਦੁੱਖਾਂ ਦੀ ਸਮਾਪਤੀ ਹੋ ਜਾਏ, ਸੁੱਖ ਮਿਲਣ। ਜਿੰਨੇ ਵੀ ਲੋਕ ਤੀਰਥ ਯਾਤਰਾ ਪੁੰਨ ਦਾਨ ਲੰਗਰ ਛਕਾ ਰਹੇ ਨੇ ਸੰਸਾਰ ਵਿੱਚ, ਕੋਈ ਪੂਜਾ ਪਾਠ ਕਰਾ ਰਿਹਾ ਹੈ, ਉਹਦੇ ਪਿੱਛੇ ਮਨਸ਼ਾ ਸਾਡੀ ਇਹੀ ਹੈ ਕਿ ਸਾਡੇ ਦੁੱਖ ਮਿਟ ਜਾਣ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਦੁੱਖ ਮਿਟ ਨਹੀਂ ਰਹੇ, ਜ਼ਿੰਦਗੀ ਵਿੱਚ ਫਿਰ ਦੁੱਖ ਆਉਂਦੇ ਹਨ। ਕੋਈ ਵੀ ਬੰਦਾ ਦੁੱਖ ਮੰਗਦਾ ਨਹੀਂ, ਲੋਕ ਸੁੱਖ ਮੰਗਦੇ ਨੇ ਪਰ ਦੁੱਖ ਫਿਰ ਵੀ ਆਉਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਕਿ ਤੇਰੇ ਧਰਮ ਦੇ ਕਰਮ ਕਰਨ ਦੇ ਨਾਲ ਦੁੱਖ ਆਉਣੋਂ ਨਹੀਂ ਰੁਕਣਗੇ। ਜੇ ਕੋਈ ਪੂਜਾ ਪਾਠ ਸੰਸਾਰੀ ਤੌਰ ਤੇ ਕਰਮ ਕਰ ਰਿਹਾ ਹੈ ਤੇ ਇਹ ਸ਼ਰਤ ਰੱਖ ਕੇ ਕਰਮ ਕਰ ਰਿਹਾ ਹੈ ਕਿ ਮੈਂ ਆਹ ਧਰਮ ਦਾ ਕਰਮ ਕਰਾਂਗਾ, ਮੈਨੂੰ ਦੁੱਖ ਨਾ ਆਵੇ, ਤਾਂ ਹਜ਼ੂਰ ਨੇ ਕਿਹਾ ਉਸ ਬੰਦੇ ਦੀ ਮੂਰਖਤਾਈ ਹੈ, ਇਹ ਦੁੱਖ ਆ ਕੇ ਹੀ ਰਹਿਣਗੇ। ਕਿਉਂ? ਅਕਾਲ ਪੁਰਖ ਵਾਹਿਗੁਰੂ ਵੱਲੋਂ ਲਿਖੇ ਹੋਏ ਨੇ ਜ਼ਿੰਦਗੀ ਵਿੱਚ। ਇਹਨੂੰ ਮਹਾਰਾਜ ਨੇ ਕਿਹਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਵੱਡੇ ਵੱਡੇ ਸੰਤ ਮਹਾਂਪੁਰਸ਼ਾਂ ਨੂੰ ਦੁੱਖ ਆਉਂਦੇ ਨੇ, ਵੱਡੇ ਵੱਡੇ ਅਵਤਾਰੀ ਪੁਰਸ਼ਾਂ ਨੂੰ ਦੁੱਖ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਹਨਾਂ ਸ਼ਕਤੀਸ਼ਾਲੀ ਲੋਕਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਕੋਲ ਬਹੁਤ ਵੱਡੀ ਸ਼ਕਤੀ ਸੀ ਪਰ ਦੁੱਖ ਫਿਰ ਵੀ ਆਏ। ਉਹਨਾਂ ਅਵਤਾਰੀ ਪੁਰਸ਼ਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਮੌਕੇ ਦੇ ਅਵਤਾਰ ਸਨ ਪਰ ਫਿਰ ਵੀ ਦੁੱਖ ਆਏ। ਉਹਨਾਂ ਵੱਡੇ ਵੱਡੇ ਗਿਆਨਵਾਨ ਕਾਜੀ ਹਾਜ਼ੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਕੋਲੋਂ ਲੋਕ ਸੰਸਾਰੀ ਤੌਰ ਤੇ ਗਿਆਨ ਸਿੱਖਦੇ ਸਨ, ਉਹਨਾਂ ਨੂੰ ਫਿਰ ਵੀ ਦੁੱਖ ਆਏ। ਉਹਨਾਂ ਵੈਦਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਕੋਲੋਂ ਲੋਕ ਆਪਣੇ ਰੋਗਾਂ ਦਾ ਇਲਾਜ ਕਰਾਉਂਦੇ ਸੀ, ਉਹਨਾਂ ਵੈਦਾਂ ਨੂੰ ਵੀ ਰੋਗ ਆਏ। ਕਿਉਂਕਿ ਸੰਸਾਰ ਵਿੱਚ ਜਿਸ ਨੇ ਵੀ ਜਨਮ ਲਿਆ ਉਹ ਬੰਦਾ ਦੁੱਖ ਤੋਂ ਬਚ ਨਹੀਂ ਸਕੇਗਾ। ਜਿਸ ਦਾ ਵੀ ਜਨਮ ਹੋਇਆ ਡੈਫੀਨੇਟ ਉਹਦੀ ਜ਼ਿੰਦਗੀ ਵਿੱਚ ਦੁੱਖ ਆਉਣਗੇ। ਫਿਰ ਤੁਸੀਂ ਸਵਾਲ ਕਰੋਗੇ ਜੇ ਦੁੱਖ ਆਉਣੇ ਹੀ ਆਉਣੇ ਨੇ ਫਿਰ ਧਰਮ ਦਾ ਕਰਮ ਕਰਨ ਦਾ ਕੀ ਫਾਇਦਾ? ਫਿਰ ਪੂਜਾ ਪਾਠ ਜਪ ਤਪ ਸੰਜਮ ਪੂਜਾ ਦਾਨ ਪੁੰਨ ਇਹ ਸਭ ਕੁਝ ਕਿਉਂ ਕਿਹਾ ਜਾ ਰਿਹਾ? ਫਿਰ ਧਰਮ ਦਾ ਕੀ ਮਾਇਨਾ ਜੇ ਜ਼ਿੰਦਗੀ ਵਿੱਚ ਦੁੱਖ ਆਉਣੇ ਹੀ ਆਉਣੇ ਨੇ? ਫਿਰ ਗੁਰੂ ਦਾ ਕੀ ਲਾਭ? ਤਾਂ ਬਹੁਤੇ ਲੋਕ ਗੁਰੂ ਨਾਲ ਸ਼ਰਤ ਰੱਖ ਲੈਂਦੇ ਨੇ, ਫਿਰ ਤੇਰੇ ਦਰ ਤੇ ਆਉਣ ਦਾ ਕੀ ਫਾਇਦਾ ਜੇ ਦੁੱਖ ਹੀ ਆਉਣੇ ਨੇ। ਇਸ ਤਰ੍ਹਾਂ ਸੰਸਾਰ ਦੇ ਲੋਕ ਧਰਮ ਦੀ ਸ਼ਰਤ ਰੱਖ ਕੇ ਗ੍ਰਹਿਣ ਕਰਦੇ। ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਥੋੜਾ ਜਿਹਾ ਗੁੱਝਾ ਭੇਦ ਆਪਾਂ ਸਮਝੀਏ ਕਿ ਲਾਭ ਕੀ ਹੈ ਔਰ ਦੁੱਖ ਕਿਉਂ ਆਉਂਦੇ ਨੇ। ਫਿਰ ਮਹਾਰਾਜ ਨੇ ਰਸਤਾ ਦੱਸਿਆ ਹੈ ਕਿ ਦੁੱਖ ਸਮਾਪਤ ਕਿਵੇਂ ਹੋਣਗੇ, ਉਹ ਵੀ ਰਸਤਾ ਦੱਸਿਆ। ਤੇਰੀ ਜ਼ਿੰਦਗੀ ਵਿੱਚ ਦੁੱਖ ਹੋਣਗੇ ਜ਼ਰੂਰ ਪਰ ਸਮਾਪਤ ਹੋ ਜਾਣਗੇ। ਤੇਰੀ ਜ਼ਿੰਦਗੀ ਵਿੱਚ ਉਹ ਕਰਮ ਤੈਨੂੰ ਭੋਗਣਾ ਪਏਗਾ ਪਰ ਹਾਂ ਬਹੁਤ ਲੰਬਾ ਨਹੀਂ ਹੋਏਗਾ। ਗੁਰੂ ਦੇ ਕੋਲ ਆਉਣ ਨਾਲ ਇੱਕ ਲਾਭ ਹੋਣਾ, ਉਹ ਵੱਡੇ ਕਰਮ ਨੂੰ ਰੱਬ ਛੋਟਾ ਕਰਕੇ ਭੁਗਤਾ ਦੇਗਾ, ਵੱਡੇ ਰੋਗ ਨੂੰ ਛੋਟੇ ਆਕਾਰ ਵਿੱਚ ਕਰ ਦੇਗਾ। ਇਹ ਧਰਮ ਨੇ ਗੱਲ ਜ਼ਰੂਰ ਕਹੀ ਹੈ ਪਰ ਇਹ ਭਰਮ ਭੁਲੇਖੇ ਵਿੱਚ ਗੁਰੂ ਨੇ ਨਹੀਂ ਰੱਖਿਆ ਕਿ ਤੁਸੀਂ ਕਰਮ ਕਰੋ ਤੁਹਾਨੂੰ ਦੁੱਖ ਨਹੀਂ ਆਉਣਗੇ। ਇਸ ਤਰ੍ਹਾਂ ਨਹੀਂ ਕਿਹਾ। ਅੱਜ ਸੰਸਾਰ ਦੇ ਲੋਕ ਲੁੱਟੇ ਜਾ ਰਹੇ ਨੇ ਔਰ ਲੁੱਟਣ ਵਾਲੇ ਬਿਲਕੁਲ ਦਿਨ ਦਿਹਾੜੇ ਲੁੱਟ ਰਹੇ ਨੇ। ਬੜਾ ਵੱਡਾ ਭੁਲੇਖਾ ਪਾ ਕੇ ਚੈਨਲਾਂ ਉੱਤੇ ਟੈਲੀਵਿਜ਼ਨ ਉੱਤੇ ਐਡ ਕਰਕੇ ਕਿ ਸਾਡੇ ਕੋਲ ਆਓ ਤੁਹਾਡੇ ਸਾਰੇ ਦੁੱਖ ਖਤਮ ਹੋ ਜਾਣਗੇ, 15 ਮਿੰਟ ਵਿੱਚ ਦੁੱਖ ਮਿਟ ਜਾਣਗੇ, ਹਰ ਮੁਸ਼ਕਲ ਦਾ ਹੱਲ 15 ਮਿੰਟ ਵਿੱਚ ਹੋ ਜਾਏਗਾ। ਔਰ ਲੋਕ ਪੁੱਛਣ ਜਾਂਦੇ ਨੇ ਉਹਨਾਂ ਕੋਲ।
इस तो वड्डी संसार दे लोकां दी मूर्खताई की होएगी, इस तो वड्डा दिन दिहाड़े चिट्टे दिन विच लुट्टण वाली होर की गल होएगी। एक चैनल ते बह के सज्जण लोकां नूं लुट रहा है, उहदे फंक्शन विच जाण वास्ते हज़ारां रुपए दी टिकट लगदी है और साफ शब्दां विच लुटदा है। कदे कहंदा तुसीं गुलाब जामुना लैके खा लो, तुहाडे दुख हट जाणगे। गोल गप्पे खाया करो, दुख हट जाणगे। कदे दही भल्ले खाधे ने, वो कहना जी नहीं खाधे नहीं, मैनू दिख रहे ने। वो कहना जी 2 महीने हो गए खाधे सी, कहना हर एतवार खाया करो, दुख हट जाणगे। हद हो गई गल वाली। इस तो वड्डी होर मूर्खताई की होएगी। पढ़े लिखे लोग इस कदर लुटे जा रहे हैं और बिल्कुल साफ दस के लुट रहे हैं, भुलेखे विच नहीं। सीधे पैसे लैके थले अकाउंट नंबर दिता जा रहा है, इस अकाउंट विच इन्ने पैसे पाओ, जदों मर्जी टैलीफोन ते पुछो। गुरु ग्रंथ साहब महाराज जी ने एक गल स्पष्ट कही है कि कोई बंदा भुलेखे विच ना रहे, एवें लुटिया ना जावे। इस धरती ते जिसने भी जन्म लिया उन्होंने दुखों का सामना करना पेगा। हजूर ने एग्जाम्पल दी है कि हा बंदिया तू ते कुछ भी नहीं, इस धरती ते अवतारी पुरुष संत महापुरुष पैदा हुए ने, हर एक नूं दुख आया। इस धरती ते त्रेते दे अवतार रामचंद्र नूं दुख आया। इस धरती ते जन्म लैके श्री कृष्ण नूं दुख आया। इस धरती ते जन्म लैके 5 पांडव दुखी रहे ने। इस धरती ते जन्म लैण वाले वड्डे वड्डे जनमेजे राजे वर्गे दुखी होए ने। दानियां विचों सरमौर अजे दानी राजे वर्गे दुखी होए ने। ऐ इंसान, जे तैनूं कोई कह रहा कि दुख नहीं आउणगे तां तैनूं भुलेखा पा रहा। हजूर का पहला मैं तुहानूं शब्द सुणांदा, उस तो बाद फिर आपां अगे व्याख्या करांगे। उत्थे महाराज ने कहा श्लोक महला पहला, इस शब्द विच गिणे ने जिहड़े जिहड़े बंदे दुख भोग के गए ने धरती ते। और नाम पता किन्हां दा महाराज ने लिखिया? बिल्कुल शिखर दे शक्तिशाली बंदे। आपां ते उन्हां दे सामने कुछ भी नहीं, एवें भुलेखा पाया जा रहा है। कोई किसी नूं गोल गप्पे खिला के दुख किवें हटा सकदा है? महाराज ने कहा इस धरती ते वड्डे वड्डे देवते दुखी होए ने, तू किस खेत दी मूली है? हजूर ने कहा सहंसर दान दे इंदर रुवाया। देवतियां विचों सब तो वड्डा देवता है इंदर। उन्हें भी संसार विच दुख का सामना करना पिया। उहदा राज भाग ਜਾਂਦਾ लगा, दानवां ने सब कुछ खोलिया, उदन वो भी रोया। हजूर ने कहा सहंसर दान दे इंदर रुवाया, परशुराम रोवै घर आया। सब तो वड्डा ऋषि है परशुराम। उहदे कोल इन्नी वड्डी शक्ति सी कि वह मंत्र पढ़ के मरे हुए बंदे नूं जिउंदा कर सकदा सी। पर उस मंत्र का उपयोग उन्हें वर लिया सी, मैं सिर्फ इन्नी वार वरत सकदा। उहदी जिंदगी विच 19 वार वो उपयोग खत्म हो गया। उस तो बाद जिद्दण उहदे अपने प्यो का कतल होया, अपने प्यो का सिर नहीं जोड़ सकिया, उदन इन्ना वड्डा ऋषि भी रोंदा है, मेरी पावर खत्म हो गई, मैं अपना प्यो जिउंदा नहीं कर सकिया। हजूर ने कहा परशुराम रोवे घर आया, अजय सो रोवे भिखिया खाए, ऐसी दरगाह मिले सजाए। सब तो वड्डा दानियां विचों राजा है अजय। उन्हें पूरी दुनिया विच मान सन्मान खटिया दानी होण दा। सवेरे दिन चढ़न तो पहला दान दिंदा सी, आप अन्न पानी बाद विच ग्रहण करना, पहला भिखारी मंगतियां नूं दान देना। हजूर ने कहा इन्ने वड्डे दानी कोलों गलती हुई ते इन्ना वड्डा परोपकारी बंदा इस धरती ते दुखी होकर रोया। उन्होंने अपना दिता दान विष्टा खानी पई। अजय सो रोवे भिखिया खाए, ऐसी दरगाह मिले सजाए। फिर महाराज ने क्या रोवे राम निकाला पया, सीता लक्ष्मण बिछड़ गया। त्रेते का अवतार है रामचंद्र, नहीं तो उते अवतार है, उन्होंने दुख क्यों आउण गए? उन्होंने बनवास मिल गया, जंगल विच रहा। रावण ने भुलेखा पा के सीता का हरण कर लिया। एडा वड्डा अवतारी पुरुष भी रोंदा है कि मेरे नाल धोखा हो गया। हजूर ने क्या रोवे राम निकाला पया, सीता लक्ष्मण बिछड़ गया।
रोवै दंसर लंक गवाए, जिन सीता आंदी डोरू वाए। दसां सिरां जिन्ना ज्ञान रखण वाला दंसर रावण, ਉਹਨੂੰ ਵੀ ਧਰਤੀ ਤੇ ਰੋਣਾ ਪਿਆ। ਹਾਲਾਂਕਿ ਇੰਨਾ ਸ਼ਕਤੀਸ਼ਾਲੀ ਹੈ, ਉਹਨੇ ਲੰਕਾ ਸੋਨੇ ਦੀ ਬਣਾਈ ਹੋਈ ਹੈ। ਜਿਨ੍ਹਾਂ ਬਰਤਨਾਂ ਵਿੱਚ ਭੋਜਨ ਛਕਦਾ ਹੈ ਉਹ ਸੋਨੇ ਦੇ ਨੇ। ਇੰਨਾ ਅਮੀਰ ਹੋ ਕੇ, ਇੰਨਾ ਸ਼ਕਤੀਸ਼ਾਲੀ ਹੋ ਕੇ, ਜਿੱਦਣ ਸਾਰੀ ਲੰਕਾ ਸੜ ਕੇ ਸੁਆਹ ਹੋ ਗਈ, ਅੱਖਾਂ ਦੇ ਸਾਹਮਣੇ ਲੰਕਾ ਨੂੰ ਅੱਗ ਲੱਗ ਗਈ, ਉਦਣ ਉਹ ਵੀ ਰੋਂਦਾ। ਦੁੱਖ ਉਹਨੂੰ ਵੀ ਆਏ ਨੇ। ਰੋਵੈ ਦੰਸਰ ਲੰਕ ਗਵਾਏ, जिन सीता आंदी डोरू वाए। रोवै पांडव भय मजूर, जिनके स्वामी रहत दूर। जिन्हां नाल कृष्ण 24 घंटे रहिंदे ने, 5 पांडव, उन्हां नूं भी दुखां दा सामना करना पिया। जूए विच सब कुछ हार गए, जंगल विच भुखे प्यासे रहना पिया। उन्हां नूं भी संसार विच दुख आए ते वो 5 पांडव भी रोए। जिन कै स्वामी रहत दूर, रोवै जन्मे जा खोए गया। एक ही कारण पपी पया, रोवै शेख मसाए कपीर। अंत काल मत लागै भीड़, रोवै राजे कन्न पड़ाए। कर कर मंगै भिखिया खाए। ਵੱਡੇ ਵੱਡੇ ਰਾਜਿਆਂ ਨੂੰ ਰੋਣਾ ਪਿਆ, ਵੱਡੇ ਵੱਡੇ ਕਾਜ਼ੀ ਹਾਜ਼ੀਆਂ ਨੂੰ ਧਰਤੀ ਤੇ ਦੁੱਖ ਭੋਗਣੇ ਪਏ। ਮੁੱਕਦੀ ਗੱਲ, ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਸੰਸਾਰ ਦੇ ਲੋਕੋ, ਇਹ ਹਕੀਕਤ ਹੈ ਕਿ ਬਾਲੀ ਰੋਵੇ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਸ ਧਰਤੀ ਤੇ ਜਿਹਨੇ ਵੀ ਜਨਮ ਲਿਆ ਉਹਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਕੁੱਲ ਸੰਸਾਰ ਦੁੱਖਾਂ ਦਾ ਸਾਹਮਣਾ ਕਰਦਾ। ਜੇ ਕੋਈ ਕਵੇ ਕਿ ਮੈਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ, ਉਹ ਬੰਦਾ ਝੂਠ ਬੋਲਦਾ। ਮਹਾਰਾਜ ਫਿਰ ਕੀ ਇਹ ਦੁੱਖ ਆਉਣਗੇ ਜ਼ਿੰਦਗੀ ਵਿੱਚ? ਤਾਂ ਹਜ਼ੂਰ ਨੇ ਕਿਹਾ ਹਰ ਹਾਲਤ ਵਿੱਚ ਆਉਣਗੇ। ਇਹ ਵੱਡੇ ਵੱਡੇ ਸੰਤ ਮਹਾਂਪੁਰਸ਼ਾਂ ਨੂੰ ਆਉਂਦੇ ਨੇ, ਵੱਡੇ ਵੱਡੇ ਰਿਸ਼ੀਆਂ ਤਪਸਵੀਆਂ ਨੂੰ ਆਉਂਦੇ ਨੇ, ਵੱਡੇ ਵੱਡੇ ਅਵਤਾਰੀ ਪੁਰਸ਼ਾਂ ਨੂੰ ਆਉਂਦੇ ਨੇ। ਮਹਾਰਾਜ ਫਿਰ ਜੇ ਦੁੱਖ ਲਿਖਿਆ ਹੋਇਆ ਭੋਗਣਾ ਹੈ ਤਾਂ ਧਰਮ ਧਾਰਨ ਕਰਨ ਦਾ ਕੀ ਲਾਭ ਹੈ? ਗੁਰੂ ਧਾਰਨ ਕਰਨ ਦਾ ਕੀ ਲਾਭ? ਜੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਆਪਾਂ ਦੁੱਖ ਭੋਗਣਾ, ਫਿਰ ਗੁਰੂ ਕੋਲ ਆਉਣ ਦਾ ਲਾਭ ਹੈ ਕੋਈ? ਫਿਰ ਤਾਂ ਉਹ ਲੋਕ ਚੰਗੇ ਨੇ ਜਿਹੜੇ ਘਰ ਵਿੱਚ ਸ਼ਕਤੀ ਵਾਟਰ ਪੀ ਕੇ ਸੁੱਤੇ ਪਏ ਨੇ। ਉਹ ਲੋਕ ਚੰਗੇ ਨੇ ਜਿਹੜੇ ਟੈਲੀਵਿਜ਼ਨ ਵੇਖ ਕੇ ਸੌਂ ਗਏ। ਫਿਰ ਤੁਸੀਂ ਇੱਥੇ ਕਿਉਂ ਬੈਠੇ ਹੋ? ਤਾਂ ਹੁਣ ਸੁਣਿਓ ਤੁਹਾਨੂੰ ਲਾਭ ਕੀ ਹੈ। ਆ ਗਰਮੀ ਵਿੱਚ ਰੁਮਾਲ ਨਾਲ ਹਵਾ ਮਾਰ ਕੇ ਬਹਿ ਕੇ ਕਥਾ ਸੁਣਨ ਦਾ ਲਾਭ ਸੁਣਿਓ ਤੁਹਾਨੂੰ ਕੀ ਹੈ। ਗਰਮੀ ਵਿੱਚ 2-4 ਘੰਟੇ ਬਹਿਣ ਦਾ ਲਾਭ ਕੀ ਹੈ। ਸੇਵਾ ਸਿਮਰਨ ਤੇ ਸਤ ਸੰਗਤ ਦਾ ਕੀ ਲਾਭ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਦੁੱਖ ਆਉਣਗੇ, ਪਰ ਭਲਿਆ ਇਹ ਗੁਰੂ ਦੇ ਕੋਲ ਆਉਣ ਦਾ ਲਾਭ ਹੈ। ਤੇਰੇ ਕਰੋੜਾਂ ਕੀਤੇ ਹੋਏ ਕਰਮ ਕੱਟੇ ਜਾ ਸਕਦੇ ਨੇ। ਜਿਹੜਾ ਕਰਮ ਬਹੁਤ ਵੱਡਾ ਹੈ ਉਹਨੂੰ ਗੁਰੂ ਛੋਟਾ ਕਰ ਦਿੰਦਾ। ਜਿਹੜਾ ਦੁੱਖ ਕਈ ਜਨਮਾਂ ਵਿੱਚ ਭੋਗਣਾ, ਉਸ ਦੁੱਖ ਨੂੰ ਛੋਟਾ ਕਰਕੇ ਇਸੇ ਜਨਮ ਵਿੱਚ ਸਮਾਪਤ ਕਰ ਦੇਗਾ। ਇਹ ਗੁਰੂ ਕੋਲ ਆਉਣ ਦਾ ਲਾਭ ਹੈ। ਤੇਰਾ ਜਨਮ ਮਰਨ ਮਿਟ ਜਾਏਗਾ। ਕਿਤੇ ਲਿਖਿਆ ਹੋਇਆ ਤਾਂ ਇੱਕ ਪੰਕਤੀ ਪੜ੍ਹੋ, ਤੁਹਾਨੂੰ ਯਾਦ ਹੈ ਸੁਖਮਨੀ ਸਾਹਿਬ ਦੀ। ਉੱਥੇ ਹਜ਼ੂਰ ਕਹਿੰਦੇ ਨੇ, ਕੋਟ ਕਰਮ, ਕਰੋੜਾਂ ਕੀਤੇ ਹੋਏ ਪਾਪ ਕਰਮ ਅਪਰਾਧ ਜੋ ਕਿਤੇ ਇਸ ਜਨਮ ਜਾਂ ਪੂਰਵਲੇ ਕਰਮ 'ਚ ਹੋਏ ਨੇ। ਹਜ਼ੂਰ ਨੇ ਕਿਹਾ ਕੋਟ ਅਪਰਾਧ ਸਾਧ ਸੰਗ ਮਿਟੈ। ਗੁਰੂ ਕੋਲ ਆ ਕੇ ਮਿਟਦੇ ਨੇ ਪਾਪ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾ ਕੇ ਮਸਤਕ ਕਰਮ ਪ੍ਰਭ ਪਾਏ। ਮਹਾਰਾਜ ਨੇ ਕਿਹਾ ਸੰਗਤ ਵਿੱਚ ਆ ਕੇ ਤੇਰੇ ਪਾਪ ਕੱਟੇ ਜਾਣਗੇ। ਪਰ ਇਹ ਵੀ ਯਾਦ ਰੱਖੀ, ਸੰਗਤ ਸਾਰਿਆਂ ਨੂੰ ਨਸੀਬ ਨਹੀਂ ਹੁੰਦੀ। ਬਹੁਤੇ ਲੋਕ ਸੰਗਤ ਵਿੱਚ ਆ ਕੇ ਲੋਕਾਂ ਨੂੰ ਵੇਖ ਕੇ ਮੁੜ ਜਾਂਦੇ। ਕੌਣ ਕੌਣ ਆਇਆ, ਕੌਣ ਕੀ ਕਰ ਰਿਹਾ ਹੈ। ਕਈ ਲੋਕ ਸੰਗਤ ਵਿੱਚ ਆ ਕੇ ਵੀ ਨਿਗਰਾਨੀ ਕਰੀ ਜਾ ਰਹੇ ਨੇ, ਕੌਣ ਕਿੱਥੋਂ ਆ ਰਿਹਾ ਹੈ, ਕੌਣ ਕੀ ਕਰ ਰਿਹਾ ਹੈ, ਕੌਣ ਕਿਹਨੂੰ ਕਿਵੇਂ ਵੇਖ ਰਿਹਾ ਹੈ। ਬਸ ਵਿਅਰਥ ਚਲੇ ਜਾਂਦੇ। ਮਹਾਰਾਜ ਸੰਗਤ ਕਿਹਨਾਂ ਨੂੰ ਪ੍ਰਾਪਤ ਹੁੰਦੀ, ਕਰਮ ਕਿਹਨਾਂ ਦੇ ਕੱਟੇ ਜਾਂਦੇ। ਹਜ਼ੂਰ ਨੇ ਕਿਹਾ ਜਿਨ੍ਹਾਂ ਦੀ ਸਰੀਰ ਦੇ ਨਾਲ ਨਾਲ ਸੁਰਤ ਪਰਮਾਤਮਾ ਵਿੱਚ ਜੁੜ ਜਾਂਦੀ, ਉਹ ਕੌਣ ਨੇ? ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗੇ। ਇੱਕ ਵਾਰ ਆਖੋ ਸਤਨਾਮ ਸ੍ਰੀ।
अपने भाग वंड सुरत जुड़े। हजूर ने क्या जाके मस्तक करम प्रभ पाए, साध शरण नानक ते आए। जिन्हों के मस्तक दे भाग जागे वो बंदे संगत में सुरत जोड़ के बह गए ते चित करके उन्हें जप लिया नाल नाल सतनाम श्री वाहिगुरु। उन्होंने दे कर्म कट्ठे। बाबा सदना जी ने जिक्र किया एक थां ते, वो कहते जे शेर की शरण में जाके गिदड़े खा जाए फिर शेर को जाने का की फायदा। जे शेर की शरण में पिया गिदड़ खा जाए तो फिर शेर को जाने का की फायदा। जे गुरु को जाके भी कर्म भोगने पैण फिर गुरु को जाने का की फायदा। गुरु को जाने का लाभ है, साडे कर्म कट्टे जाते ने। वड्डे दुख नूं गुरु छोटा कर दिंदा है, लंबे रोग नूं गुरु छोटे कर्म विच ले आंदा है, और कई कई जन्मां दे भोगण वाले कर्म मेरा सतगुरु थोड़े समय विच कट दिंदा है। उत्थे बाबा सदना जी ने जिक्र किया, रब नाल प्रेम विच गल कही, कहंदे सिंह शरण कत जाइए। सिंह मीनिंग शेर, जो जंबक ग्रस है। जे गिदड़ी खा जाए फिर शेर को जाने का की फायदा। सिंह शरण कत जाइए जो जंबक ग्रस है। हे मालिक वाहिगुरु, फिर जे गिदड़ का डर रवे तो शेर की शरण का की लाभ। मालका जे तेरी शरण लैके भी कर्म भोगने पैण फिर गुरु को आउण का की लाभ। गुरु को आके कर्म कट्टे जाते ने, पर गुरु एक शर्त रखदा है, मेरे को आउण वालिया अपना हंकार लैके ना आई, अपना नाम लैके ना आई कि मेरा आ औहदा है, मेरे को इन्ना पैसा है, मैं इन्ना पैसा दान दिता है। गुरु कोल तू इस तरह आई, हाथ जोड़ के कहीं मैं नाही किश हो नाही, किश आहे ना मोरा, औसर लज्जा राख ले हो सदना जन तोरा। जदों तू इस तरीके नाल आपां गवा के आएगा, गुरु तेरे कर्म कट देगा, तैनू जन्म कर्म भोगने नहीं पैणगे। इतिहास विच एक साखी तुहानू याद है, अगे ही मैं कई बार लाइव टैलीविजन तो भी कही। गुरु गोबिंद सिंह महाराज सच्चे पातशाह ने अपने कोल सेवा करन वाले एक सेवादार भाई शमीरे नूं एक दिन कहा, शमीरिया मंग की चाहिए। महाराज दीने कांगड़ की धरती ते जिथे गुरुद्वारा जफरनामा साहब बनया, उत्थों महाराज ने जित की चिट्ठी लिखी सी औरंगजेब नूं। उन्हें 21 दिन सेवा की तो महाराज ने शमीरे नूं कहा मंग की चाहिए। तो भाई शमीरे ने कहा महाराज कुछ नहीं चाहिए, बस कृपा करो महाराज मुक्ति बख्श दिओ। हजूर ने कहा राज भाग चाहिए, कुल्लां पीढ़ियां तक तेनू बख्श दिन्ने। उन्हें कहा महाराज ये सब कोई तुहाडा ही दिता राज है जिहड़ा हुण भोग रहे हैं। एड्डी वड्डी हवेली घर परिवार घोड़े सब कुछ महाराज बख्शिया होया, हुण कुछ नहीं चाहिए, महाराज मुक्ति बख्श दिओ। कलगीधर पातशाह महाराज ने कहा मुक्ति नहीं तेनू दे सकते। महाराज ने कहा कोई होर मंग ला सेवा दे बदले। तो उन्हें हाथ जोड़ के कहा महाराज समर्थ गुरु हो तो मुक्ति क्यों नहीं दे सकते? गुरु समर्थ होवे ते मुक्ति नहीं दे सके। महाराज ये बहुत बड़ा सवाल है, महाराज क्यों नहीं मुक्ति दे सकते? कलगीधर पातशाह ने बचन कहे शमीरिया तेनू पदार्थ मिल सकते ने सेवा दे बदले, पर मुक्ति नहीं दे सकते। उन्हें क्या महाराज क्यों नहीं दे सकते? तो हजूर सच्चे पातशाह ने फिर क्यों का जवाब ना दिता। उन्होंने कहा शमीरिया तेरे अजे कई जन्म बाकी पे ने, अजे घट्टो घट 14 जन्म तेरे सानू दिस रहे ने, 14 जन्म तेनू धरती ते होर लेने पैने ने। एडा वड्डा कर्म किवें कट दईए? तेरे 14 जन्म पे ने। हजूर ने कहा एक जन्म तेरा सप का होना है, एक जन्म तेरा इल का होना है, एक जन्म तेरा मानस देही का अंतला होना है। वो तू बहुत गरीब बनना है, बड़े दुख रोग भोगने ने, बड़ा दलिदर भोगना है। जदों महाराज ने 14 जन्म अखां दे सामने दिखाए, भाई शमीरा रोन लग पिया, महाराज कट दिओ।
कलगीधर पातशाह ने कहा सोचांगे, तू साडा एक हुक्म मन ला, अगे फिर वेख लांगे। महाराज की हुक्म है? हजूर ने कहा घर जाके सलाह ना करी किसी नाल, जे तू सलाहां विच पै गया तेरे कोलों कमाया नहीं जाना, उम्र बहुत छोटी है, कई साल सलाह विच लंघ जाणगे। महाराज हुक्म कर दिओ। कलगीधर पातशाह ने कहा कल अमृत का बाटा तैयार होना, किसी इशनान करके ककार लै ला ते कल अमृत छक ला, पर घर सलाह ना करी, क्योंकि एक गल सच है, कई कई साल सलाहां विच लंघ जाते हैं। बंदा घर में सलाहां करदा है, बीबी घर वाले नाल सलाहां करदी है, सलाहां करदियां कई साल गुजर जाते हैं। तब महाराज सच्चे पातशाह ने कहा शमीरिया सलाह ना करी, अमृत छक ला। उन्हें सचमुच सलाह नहीं की। अगले दिन ही केसी इशनान करके आया, ककार लै लै, गुरु के दर ते अमृत का बाटा तैयार होया, उन्हें खंडे बाटे की पौल छक ली। जदों अमृत छकाया जाता है, तुहाडे विच जिहड़े अमृतधारी बैठे ने, उन्होंने पता है पंज प्यारे हुक्म करते ने, अज तेरे केसां विच 5 चुले अमृत दे पाए ने, अज तेरे नेत्रां विच 5 चुले अमृत दे पाए ने, अज तेरे मुख विच 5 चुले अमृत दे पाए ने। वो सिखा अज जाके घर केसी इशनान ना करी, कल अमृत वेले उठ के केसां विच जल पाई, घट्टो घट कुछ घंटे केसां विच अमृत रहन दे, जिहड़ी तेरे अंदर माड़ी बुद्धि वसी है वो निकल जाएगी, सिंजिया जावे अमृत। तो वो भाई शमीरे नूं ये हुक्म सी पंज प्यारियां दा, चला गया अपने घर, रात का भोजन प्रशादा छकिया, गुरु की दसी मर्यादा सोहला साहब का पाठ किया, सौ गया। अद्धी को रात होई तो भाई शमीरे नूं बहुत डरावना सुपना आया। इन्ना डरावना सुपना सी कि उठ के बह गया। इन्हें बाहर उठ के घड़े चों पानी पीता, अखां छट्टे मारे, फिर वेख्या जे ते बहुत रात पई है, फिर सौ गया। अखां खुलियां जागदियां जागदियां सहजे सहजे अख लगी, नींद पई, अजे नींद का झोका लग्या, फिर सुपना आ गया। सुपने में फिर होर कुछ डरावना दिसिया। इनू सुपने में सप डराउंदे ने, इनू सुपने में चिल्लां पैंदियां ने, इनू सुपने में भयानक सुपना आया। एक सुपना, फिर अख खुली, फिर सौ गया, फिर सुपना, हार के थक के उठ के बह गया। इन्हें क्या मना नींद नहीं पैनी, तेनू सुपने डराउंदे ने, चल इशनान कर ला। अमृत वेला होण विच 2 पैर बाकी सी। इन्हें 4-5 घड़ियां पहला इशनान किया, 1.25 पैर रहिंदियां रात उठ के इशनान कर लिया, ते फिर गुरु गुरु सिमरन करके इन्ने नूं वेख्या समान में चंद्रमे की रोशनी लग गई। घरों निकलिया, सीधा गुरु के दर ते दीने कंगड़ पहुँच गया। महाराज के चरणों में जाके सेवा शुरू कर दी। दरियां विछाइयां, दीवान सजन की तैयारी सी। कीर्तन वाले पहुँच गए, संगत की सेवा विच लग गया। दिन चढ़िया, फिर पखे की सेवा की, फिर लंगर की सेवा वाल जुट गया, फिर दीवान में आके बह गया। इस तरह करदियां करदियां शिखर दोपहर हो गई। अज कलगीधर पातशाह ने कहा साध संगत अज असीं अगे चले जाना है। तो उस पिंड तो महाराज चलन लगे, सारी संगत नूं प्यार दे के तुरे। तो भाई शमीरा हथ जोड़ के दर्शन करने लई खड़े। गुरु गोबिंद सिंह महाराज वाल वेख के ने अखां भर लईआं, रोण लग पिया। महाराज ने कहा कोल आके रोंदा क्यों है बेटा, रो क्यों रहे हो? भाई शमीरिया रोईदा नहीं। इन्हें हथ जोड़ के कहा महाराज मेरा जन्म मरण कट दिओ, महाराज मेरे 14 जन्म कट दिओ। कलगीधर पातशाह एक कृपा करियो, मैं तुहाडा वचन मन लिया, हुण मैनू 14 जन्मां तो बचा लिओ। जिहड़े जन्म मैनू अगे भोगने पैणे ने, महाराज मेरे जन्मां दे दुख कट दिओ। धन गुरु गोबिंद सिंह महाराज इहदियां अखां पोच के प्यार नाल गल नाल ला के कहंदे ने शमीरिया किहड़े 14 जन्म? कहते महाराज जिहड़े तुसीं परसों कहे सी, महाराज जिहड़े परसों मैनू दिखाए। तो गुरु गोबिंद सिंह महाराज ने कहा शमीरिया रात तैनू कोई भयानक सुपने भी आए ने? इन्हें क्या महाराज हाँ, सारी रात सुपनिया च लंघ गई।
अखीर मैं उठ के इशनान करके तुहाडे चरनां च आ गया। महाराज बड़े डरावने सुपने आए। गुरु गोबिंद सिंह महाराज मुस्कुरा के कहंदे ने, शमीरिया हुण किहड़े 14 जन्म ਉਹ ਤੇ ਰਾਤੀ ਅਸੀਂ ਤੇਰੇ ਸੁਪਨੇ ਵਿੱਚ ਹੀ ਕੱਟ ਦਿੱਤੇ, ਹੁਣ ਨਹੀਂ ਤੈਨੂੰ ਲੈਣੇ ਪੈਣਗੇ। ਕਹਿਣ ਤੋਂ ਭਾਵ ਕੋਈ ਗੁਰੂ ਦਾ ਬਚਨ ਮੰਨ ਲੈ, ਗੁਰੂ ਕੋਲ ਆਉਣ ਦਾ ਲਾਭ ਇਹ ਹੈ ਕਿ ਉਹ ਜਨਮਾਂ ਦਾ ਦੁੱਖ ਤੇ ਲੱਗਦਾ ਹੈ, ਪਰ ਗੁਰੂ ਕਈ ਵਾਰ ਕਰਮ ਸੁਪਨੇ ਵਿੱਚ ਵੀ ਕੱਟ ਦਿੰਦਾ ਹੈ। ਦੁੱਖ ਤੇ ਆਉਂਦਾ ਪਰ ਬਹੁਤਾ ਲੰਬਾ ਨਹੀਂ ਹੁੰਦਾ, ਰੋਗ ਤੇ ਆਉਂਦਾ ਪਰ ਗੁਰੂ ਉਹਨੂੰ ਬਹੁਤਾ ਲੰਬਾ ਨਹੀਂ ਹੋਣ ਦਿੰਦਾ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਇਹ ਉਹ ਦਰ ਹੈ ਜਿੱਥੇ ਦੁੱਖ ਰੋਗ ਸੰਤਾਪ ਉਤਰੇ। ਆਉਂਦੇ ਜ਼ਰੂਰ ਨੇ, ਨਾਲ ਮਹਾਰਾਜ ਨੇ ਉਤਰੇ ਕਿਹਾ, ਇਹ ਨਹੀਂ ਕਿ ਆਉਂਦੇ ਨਹੀਂ, ਕਹਿੰਦੇ ਨੇ ਆਉਂਦੇ ਨੇ ਪਰ ਉਤਰ ਜਾਂਦੇ ਨੇ। ਚੜ੍ਹਦੇ ਨੇ ਸਰੀਰ ਨੂੰ ਰੋਗ ਪਰ ਉਤਰ ਜਾਂਦੇ ਨੇ। ਗੁਰਮੁਖੋ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹ ਪੂਰੇ ਗੁਰੂ ਕੋਲੋਂ ਜਾਣਕਾਰੀ ਮਿਲਦੀ ਹੈ। ਜਦੋਂ ਪੂਰਾ ਗੁਰੂ ਨਜ਼ਰ ਕਰਦਾ ਉਦੋਂ ਦੁੱਖ ਆਉਂਦੇ ਨੇ ਪਰ ਕੱਟੇ ਜਾਂਦੇ ਨੇ। ਇੱਕ ਬੇਨਤੀ ਹੁਣ ਹੋਰ ਧਿਆਨ ਨਾਲ ਸਮਝਿਓ, ਇਹ ਸੀ ਕਥਾ ਦੀ ਰਮਤਾ ਦੇ ਪਹਿਲੇ ਸਵਾਲ ਦਾ ਜਵਾਬ ਕਿ ਹਰ ਬੰਦਾ ਚਾਹੁੰਦਾ ਹੈ ਮੇਰੇ ਦੁੱਖਾਂ ਦੀ ਸਮਾਪਤੀ ਹੋ ਜਾਏ। ਤਾਂ ਮਹਾਰਾਜ ਨੇ ਕਿਹਾ ਜੇ ਕੋਈ ਕਵੇ ਮੈਨੂੰ ਦੁੱਖ ਨਾ ਆਉਣ, ਇਹ ਮੂਰਖਤਾ ਹੈ। ਦੁੱਖ ਆਉਣਗੇ ਪਰ ਗੁਰੂ ਵਾਲਾ ਬਣਨ ਨਾਲ ਕੱਟੇ ਜਾਂਦੇ ਨੇ। ਦੁੱਖ ਆਉਂਦੇ ਨੇ ਪਰ ਕਈ ਕਈ ਜਨਮਾਂ ਤੱਕ ਲੰਬੇ ਹੋ ਜਾਂਦੇ ਉਹ ਗੁਰੂ ਤੋਂ ਟੁੱਟੇ ਹੋਏ ਲੋਕਾਂ ਦੇ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਹੁਣ ਦੂਜੀ ਗੱਲ, ਕੋਈ ਬੰਦਾ ਚਾਹਵੇ ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਭੁੱਖ ਮਿਟ ਜਾਏ, ਮੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ, ਤਾਂ ਆ ਵੀ ਧਿਆਨ ਨਾਲ ਨੁਕਤਾ ਸੁਣਿਓ, ਤੁਹਾਡੇ ਕੰਮ ਆਏਗਾ। ਸਾਰੀਆਂ ਇਛਾਵਾਂ ਕਿਸੇ ਬੰਦੇ ਦੀਆਂ ਪੂਰੀਆਂ ਨਹੀਂ ਹੁੰਦੀਆਂ। ਇਸ ਧਰਤੀ ਤੇ ਜੋ ਵੀ ਆਇਆ ਕੋਈ ਨਾ ਕੋਈ ਉਹਦੀ ਇੱਛਾ ਅਧੂਰੀ ਰਹਿ ਗਈ। ਔਰ ਆਪਾਂ ਤੇ ਲੋਕ ਆਮ ਲੋਕ ਜੀਵਨ ਬਸ਼ਰ ਕਰ ਰਹੇ। ਜਿਹੜੇ ਲੋਕ ਵੱਡੇ ਵੱਡੇ ਸ਼ਕਤੀਸ਼ਾਲੀ ਇਸ ਧਰਤੀ ਤੇ ਪੈਦਾ ਹੋਏ ਉਹਨਾਂ ਦੀਆਂ ਵੀ ਸਾਰੀਆਂ ਇਛਾਵਾਂ ਪੂਰੀਆਂ ਨਹੀਂ ਹੋਈਆਂ, ਕੋਈ ਨਾ ਕੋਈ ਇੱਛਾ ਅਧੂਰੀ ਰਹਿ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ 12-12 ਜੋਜਨ ਛਤਰ ਥੱਲੇ ਚੱਲਣ ਵਾਲੇ ਲੋਕ, ਇਹ ਇਛਾਵਾਂ ਮਨ ਵਿੱਚ ਰਹਿ ਗਈਆਂ, ਅੱਧ ਵਿਚਕਾਰ ਮਰ ਗਏ। ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਰਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ। ਇੰਨੇ ਸ਼ਕਤੀਸ਼ਾਲੀ ਲੋਕ, ਸਾਰੀਆਂ ਇਛਾਵਾਂ ਪੂਰੀਆਂ ਨਹੀਂ ਹੋਈਆਂ। ਇੱਕ ਪੂਰੇ ਵਰਲਡ ਵਿੱਚੋਂ ਅਮੀਰ ਬੰਦਾ ਅਮਰੀਕਾ ਦੇ ਰਹਿਣ ਵਾਲਾ ਸੀ। ਹੁਣ ਹਰ ਸਾਲ ਅੰਕੜੇ ਨਿਕਲਦੇ ਨੇ ਔਰ ਬੜੇ ਅਰਬਾਂ ਖਰਬਾਂ ਪਤੀ ਲੋਕਾਂ ਦਾ ਜ਼ੋਰ ਲੱਗਿਆ ਹੁੰਦਾ ਕਿ ਮੇਰਾ ਨਾਮ ਪੂਰੇ ਵਰਲਡ ਵਿੱਚ ਆ ਜਾਏ। ਇੰਡੀਆ ਦਾ ਇੱਕ ਬੰਦਾ ਹੈ, ਉਹਨੇ ਪੂਰੇ ਵਰਲਡ ਵਿੱਚੋਂ 1 ਨੰਬਰ ਤੇ ਰਹਿਣ ਵਾਸਤੇ ਲਗਾਤਾਰ ਕੋਸ਼ਿਸ਼ ਕੀਤੀ ਹੈ ਔਰ 2 ਸਾਲ ਉਹਦਾ ਨਾਮ ਪੂਰੇ ਵਰਲਡ 'ਚ ਬੋਲਦਾ ਰਿਹਾ। 1 ਨੰਬਰ ਉੱਤੇ ਅਮੀਰ ਪੂਰੇ ਵਰਲਡ 'ਚੋਂ। ਤਾਂ ਜਿਹੜਾ ਅਮਰੀਕਾ ਦਾ ਪੂਰੇ ਵਰਲਡ ਵਿੱਚੋਂ ਅਮੀਰ ਬੰਦਾ ਸੀ, ਉਸ ਵਕਤ ਉਹ ਪੂਰੇ ਵਰਲਡ ਵਿੱਚੋਂ ਅਮੀਰ ਸੀ ਔਰ ਜਦੋਂ ਉਹਦੀ ਮੌਤ ਹੋਣ ਲੱਗੀ ਤਾਂ ਉਸ ਹਸਪੀਟਲ ਵਿੱਚ ਜਿੱਥੇ ਉਹ ਬਿਮਾਰ ਐਡਮਿਟ ਸੀ, ਉੱਥੇ ਕਈ ਦੇਸ਼ਾਂ ਦੇ ਪੱਤਰਕਾਰ ਪਹੁੰਚ ਗਏ ਉਹਨੂੰ ਸਵਾਲ ਕਰਨ ਵਾਸਤੇ ਕਿ ਪੂਰੇ ਵਰਲਡ ਦਾ ਇੰਨਾ ਅਮੀਰ ਬੰਦਾ ਮਰ ਰਿਹਾ, ਪੂਰੀ ਦੁਨੀਆ ਵਿੱਚੋਂ ਜਿਹੜਾ ਅਮੀਰ ਹੋਵੇ ਉਹ ਮਰ ਰਿਹਾ, ਉਤੋਂ ਪੁੱਛਣਾ ਚਾਹੀਦਾ ਕਿ ਤੇਰੀ ਕੋਈ ਇੱਛਾ ਤੇ ਨਹੀਂ ਮਨ 'ਚ ਰਹਿ ਗਈ? ਜਿਹੜਾ ਪੂਰੀ ਦੁਨੀਆ 'ਚੋਂ ਅਮੀਰ ਹੋਵੇ ਉਹਦੀਆਂ ਤਾਂ ਸਾਰੀਆਂ ਇਛਾਵਾਂ ਪੂਰੀਆਂ ਚਾਹੀਦੀਆਂ। ਹਰ ਬੰਦਾ ਚਾਹੁੰਦਾ ਜਿੰਨਾ ਮੇਰੇ ਕੋਲ ਪੈਸਾ ਹੋਵੇ ਉਨੀਆਂ ਮੇਰੀਆਂ ਇਛਾਵਾਂ ਛੇਤੀ ਪੂਰੀਆਂ ਹੋਣਗੀਆਂ। ਤਾਂ ਪੈਸੇ ਨਾਲ ਇੱਛਾ ਪੂਰੀ ਨਹੀਂ ਹੁੰਦੀ, ਪੈਸੇ ਨਾਲ ਪਦਾਰਥ ਆ ਜਾਂਦੇ ਨੇ, ਇਛਾਵਾਂ ਹੋਰ ਵੱਧ ਜਾਂਦੀਆਂ ਨੇ। ਇਹ ਮਨ ਦੀ ਇੱਛਾ ਇਹ ਕਿਸ ਤਰ੍ਹਾਂ ਦਾ ਸਿਸਟਮ ਹੈ? ਜਿਵੇਂ ਬਲਦੀ ਹੋਈ ਅੱਗ ਉੱਤੇ ਕੋਈ ਲੱਕੜਾਂ ਪਾਈ ਜਾਏ ਤੇ ਅੱਗ ਹੋਰ ਬਲਦੀ ਹੈ। ਜਿੰਨੇ ਪਦਾਰਥ ਇਕੱਠੇ ਕਰੀ ਜਾਓਗੇ ਉਨੀ ਤ੍ਰਿਸ਼ਨਾ ਹੋਰ ਵੱਧਦੀ ਜਾਏਗੀ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਅਜ਼ਮਾ ਕੇ ਵੇਖਿਓ। ਪਹਿਲਾਂ ਬੰਦਾ ਚਾਹੁੰਦਾ ਹੈ ਕੱਚਿਆਂ ਤੋਂ ਪੱਕੇ ਘਰ ਬਣ ਜਾਣ, ਲੈਂਟਰ ਪੈ ਜਾਏ। ਜਿਸ ਦਿਨ ਲੈਂਟਰ ਪਾ ਲੈਂਦਾ ਉਦਣ ਹੀ ਇੱਕ ਇੱਛਾ ਹੋਰ ਜਨਮ ਲੈਂਦੀ ਹੈ।
ਜਦੋਂ ਕੋਈ ਤੁਹਾਡਾ ਮਕਾਨ ਵੇਖਣ ਆਉਂਦਾ ਲੈਂਟਰ ਪਿਆ, ਉਦੋਂ ਆਉਂਦਿਆਂ ਸਾਰ ਕਹਿੰਦਾ ਸਰਦਾਰ ਜੀ ਮਕਾਨ ਤੇ ਬਹੁਤ ਵਧੀਆ ਬਣਾਇਆ, ਸੋਹਣੇ ਕਮਰੇ ਬਣਾ ਲਏ, ਇੱਧਰ ਕੀ ਬਣਿਆ, ਇੱਧਰ ਕੀ ਬਣਿਆ। ਸਾਰਾ ਮਕਾਨ ਵੇਖ ਕੇ ਨਾਲ ਕਹਿੰਦਾ ਜੇ ਨਾਲ ਲੱਗਦਾ ਉੱਪਰ ਵੀ ਕਿਤੇ ਪਾ ਲੈਂਦੇ ਨਾ, ਇੱਕ ਤਾਂ ਵਧੀਆ ਸੀ। ਉਹਦੇ ਹੀ ਇੱਛਾ ਜਾਗ ਪੈਂਦੀ, ਅਗਲੇ ਸਾਲ ਆਪਾਂ ਉੱਪਰ ਵੀ ਬਣਾ ਲੈਣਾ। ਲੈਂਟਰ ਪਾ ਕੇ 4 ਕਮਰੇ ਬਣਾ ਕੇ ਉਹਦੀ ਇੱਛਾ ਪੈਦਾ ਹੋਈ ਉੱਪਰ ਹੋਰ ਪਾਉਣ। ਮਨ ਕਿਸ ਤਰ੍ਹਾਂ ਦੀ ਚੀਜ਼ ਹੈ ਜਿਹਨੂੰ ਮੈਥਮੈਟਿਕਸ ਦਾ ਉਹ ਟੇਬਲ ਕਹਿੰਦੇ ਨੇ 8 ਦੂਣੀ 16, 16 ਦੂਣਾ 32, ਜਿੰਨੀਆਂ ਇਛਾਵਾਂ ਪੂਰੀਆਂ ਹੋਣਗੀਆਂ ਉਹਦੇ ਨਾਲੋਂ ਦੁੱਗਣੀਆਂ ਹੋਰ ਪੈਦਾ ਹੋ ਜਾਣਗੀਆਂ। ਤੁਹਾਡਾ ਤਜਰਬਾ ਰਹਿਣਾ। ਪਹਿਲਾਂ ਸਕੂਟਰ ਮੋਟਰਸਾਈਕਲ ਤੇ ਹੁੰਦਾ ਬੰਦਾ, ਉਹਦੇ ਮਨ ਵਿੱਚ ਹੈ ਰੱਬਾ ਕਿਤੇ ਕੋਈ ਵਿਵਸਥਾ ਬਣਾ ਦੇ, ਛੋਟੀ ਮੋਟੀ ਗੱਡੀ ਕੋਈ ਆ ਜਾਏ, ਬੱਚੇ ਨੇ 2-4 ਬੱਚੇ ਲੈ ਕੇ ਮੀਂਹ ਕਿਣੀ ਧੁੱਪੇ ਜਾਣਾ ਔਖਾ ਲੱਗਦਾ ਹੈ, ਕਿਤੇ ਗੱਡੀ ਦਾ ਸਾਧਨ ਬਣ ਜਾਏ। ਔਖਾ ਹੋ ਕੇ ਉਹ 50-60 ਹਜ਼ਾਰ 80-90 ਲੱਖ ਦੇ ਕਰੀਬ ਜੋੜ ਕੇ ਇੱਕ ਅੱਧੀ ਗੱਡੀ ਲੈਂਦਾ, ਔਰ ਜਿੱਦਣ ਕੋਈ ਚਲਦੀ ਗੱਡੀ ਲੈ ਕੇ ਆਉਂਦਾ ਨਾ, ਤੁਹਾਡਾ ਤਜਰਬਾ ਰਹਿਣਾ, ਵੇਖਣ ਵਾਲੇ ਕਹਿਣਗੇ ਉਹ ਵਧੀਆ ਮਿਲ ਗਈ ਤੈਨੂੰ ਗੱਡੀ, ਬਈ ਕਿੰਨੇ ਦੀ ਲਈ ਹੈ? ਉਹ ਕਹਿੰਦਾ 1,20,000 ਦੀ। ਅੱਛਾ, ਹਾਲਤ ਤੇ ਚੰਗੀ ਹੈ, ਰੰਗ ਵੀ ਚੰਗਾ ਹੈ, ਇੰਜਨ ਵੀ ਠੀਕ ਹੈ, ਸਭ ਕੁਝ ਵੇਖ ਕੇ ਫਿਰ ਨਾਲ ਉਹ ਇੰਨਾ ਜ਼ਰੂਰ ਕਹਿੰਦਾ ਥੋੜੇ ਜਿਹੇ ਪੈਸੇ ਹੋਰ ਪਾਉਂਦਾ ਉਹ ਨਵੀਂ ਕਢਾ ਲੈਣੀ ਸੀ। ਉਹ ਫਿਰ ਬੰਦਾ ਨਾਲ ਹੀ ਇੱਛਾ ਜਾਗਦੀ ਹੈ, ਕੋਈ ਨਹੀਂ ਅਗਲੇ ਸਾਲ ਨਵੀਂ ਲਵਾਂਗੇ। ਜਿਹੜੇ ਲੋਕ ਗੱਡੀ ਨਵੀਂ ਕਢਾਉਂਦੇ ਨੇ ਨਾਲ ਹੀ ਇੱਛਾ ਜਾਗ ਪੈਂਦੀ ਅਗਲੀ ਵਾਰ ਗੱਡੀ ਵੱਡੀ ਲੈਣੀ ਹੈ। ਐਦਾਂ ਮਨ ਦੀਆਂ ਸ਼ਾਮਾਂ ਵੱਧਦੀਆਂ ਜਾਂਦੀਆਂ ਨੇ। ਇਹ ਮਨ ਕਦੇ ਵੀ ਨਹੀਂ ਰੱਜਦਾ ਔਰ ਕਦੇ ਕਿਸੇ ਦੀਆਂ ਸ਼ਾਮਾਂ ਪੂਰੀਆਂ ਨਹੀਂ ਹੋਈਆਂ। ਪੂਰੇ ਵਰਲਡ ਵਿੱਚੋਂ ਅਮੀਰ ਬੰਦਾ ਜਦੋਂ ਮਰਨ ਲੱਗਾ ਤਾਂ ਇੱਕ ਪੱਤਰਕਾਰ ਨੇ ਪਰਮਿਸ਼ਨ ਲੈ ਕੇ ਡਾਕਟਰ ਨੂੰ ਕਿਹਾ ਸੀ ਸਵਾਲ ਪੁੱਛਣਾ ਚਾਹੁੰਦੇ। ਡਾਕਟਰਾਂ ਨੇ ਗੱਲ ਡਿਕਲੇਅਰ ਕਰਤੀ ਕੁਝ ਮਿੰਟਾਂ ਬਾਅਦ ਇਹ ਬੰਦਾ ਮਰ ਜਾਏਗਾ, ਬਸ ਕੁਝ ਮਿੰਟਾਂ ਦੇ ਸਵਾਸ ਨੇ, ਇਲਾਜ ਨਹੀਂ ਹੋ ਪਾਏਗਾ। ਤਾਂ ਫਿਰ ਉਹਨਾਂ ਪੱਤਰਕਾਰਾਂ ਨੂੰ ਇਜਾਜ਼ਤ ਦੇ ਦਿੱਤੀ, ਪੁੱਛ ਲਓ ਜੇ ਬੋਲਦਾ। ਇੱਕ ਪੱਤਰਕਾਰ ਨੇ ਕੋਲ ਹੋ ਕੇ ਸਵਾਲ ਕੀਤਾ, ਸਰ ਤੁਸੀਂ ਪੂਰੇ ਵਰਲਡ ਵਿੱਚੋਂ ਅਮੀਰ ਹੋ, ਸਰ ਤੁਸੀਂ ਪੂਰੀ ਦੁਨੀਆ ਵਿੱਚੋਂ ਅਮੀਰ ਬੰਦੇ ਹੋ, ਇਸ ਵਕਤ ਮਰਨ ਲੱਗੇ ਹੋ, ਕੋਈ ਤੁਹਾਡੇ ਮਨ ਦੀ ਇੱਛਾ ਮਨ ਵਿੱਚ ਰਹਿ ਗਈ ਹੋਵੇ ਤਾਂ ਉਹ ਜ਼ਰੂਰ ਦੱਸੋ, ਜੇ ਸਾਰੀਆਂ ਸ਼ਾਮਾਂ ਪੂਰੀਆਂ ਨੇ ਤਾਂ ਵੀ ਦੱਸੋ। ਤਾਂ ਉਹ ਪੱਤਰਕਾਰ ਇਸ ਤਰ੍ਹਾਂ ਨਾਲੇ ਉਹਦੀ ਵੀਡੀਓ ਰਿਕਾਰਡਿੰਗ ਕਰ ਰਿਹਾ, ਨਾਲੇ ਲਿਖਣ ਵਾਸਤੇ ਖੜਾ ਹੈ ਤੇ ਆਕਸੀਜਨ ਲੱਗੀ ਹੋਈ ਹੈ। ਬੜਾ ਲੰਬਾ ਜਿਹਾ ਸਾਹ ਲੈ ਕੇ ਪੂਰੇ ਵਰਲਡ ਦਾ ਅਮੀਰ ਸੱਜਣ, ਉਹਨੇ ਜਵਾਬ ਪਤਾ ਕੀ ਦਿੱਤਾ, ਸਟੇਟਮੈਂਟ ਕੀ ਦਿੱਤੀ। ਉਹ ਕਹਿੰਦਾ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਘੱਟੋ ਘੱਟ 10,000 ਅਰਬ ਡਾਲਰ ਇਕੱਠਾ ਕਰਾਂ ਤਾਂ ਜੋ ਮੈਨੂੰ 2 ਦਹਾਕਿਆਂ ਤੱਕ ਕੋਈ ਪੂਰੇ ਵਰਲਡ ਵਿੱਚ 1 ਨੰਬਰ ਦੇ ਅਮੀਰ ਵਾਲੀ ਪੋਸਟ ਤੋਂ ਥੱਲੇ ਨਾ ਕਰ ਸਕੇ। ਪਰ ਮੇਰੀ ਇੱਛਾ ਅਧੂਰੀ ਰਹਿ ਗਈ, ਮੈਂ ਅਜੇ ਸਿਰਫ 5,000 ਅਰਬ ਡਾਲਰ ਹੀ ਇਕੱਠਾ ਕਰ ਸਕਿਆ। ਮੇਰੀ ਇੱਛਾ ਸੀ 10,000 ਅਰਬ ਡਾਲਰ ਇਕੱਠਾ ਕਰ। ਕਹਿਣ ਤੋਂ ਭਾਵ ਪੂਰੀ ਦੁਨੀਆ ਚੋਂ ਅਮੀਰ ਹੋ ਕੇ ਵੀ ਬੰਦੇ ਦੀ ਇੱਛਾ ਰਹਿ ਜਾਂਦੀ ਹੈ, ਪੂਰੀ ਦੁਨੀਆ ਵਿੱਚੋਂ ਅਮੀਰ ਹੋ ਕੇ ਵੀ ਇੱਛਾਵਾਂ ਰਹਿ ਜਾਂਦੀਆਂ ਨੇ, ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਮਹਾਰਾਜ ਫਿਰ ਕੀ ਸਾਰੀਆਂ ਇੱਛਾਵਾਂ ਵਾਕਿਆ ਪੂਰੀਆਂ ਨਹੀਂ ਹੁੰਦੀਆਂ? ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਹੋ ਸਕਦੀਆਂ ਨੇ। ਮਹਾਰਾਜ ਕਿਵੇਂ? ਕਹਿਣ ਲੱਗੇ ਰਸਤਾ ਬਦਲਣਾ ਪੈਣਾ। ਜਿਹੜੇ ਲੋਕਾਂ ਨੇ ਰਸਤਾ ਗਲਤ ਪਕੜਿਆ ਉਹਨਾਂ ਦੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ। ਪਦਾਰਥ ਤੇ ਪੈਸਾ ਇਕੱਠਾ ਕਰਕੇ ਕਵੇ ਸਭ ਇੱਛਾ ਪੂਰੀਆਂ ਹੋ ਜਾਣ, ਇਹ ਮੂਰਖਤਾ ਹੀ ਹੈ। ਇਹ ਇਸ ਤਰ੍ਹਾਂ ਦੀ ਗਲਤੀ ਹੈ ਜਿਵੇਂ ਬਲਦੀ ਲੱਕੜ, ਬਲਦੀ ਅੱਗ ਉੱਤੇ ਕੋਈ ਗੱਤਾ ਲੱਕੜ ਹੋਰ ਪਾਈ ਜਾਏ, ਹੋਰ ਲੱਕੜਾਂ ਸੁੱਟਣ ਨਾਲ ਅੱਗ ਬੁਝਦੀ ਨਹੀਂ ਸਗੋਂ ਹੋਰ ਵੱਧਦੀ ਹੈ। ਇੱਦਾਂ ਪਦਾਰਥ ਇਕੱਠੇ ਕਰਨ ਨਾਲ ਇੱਛਾਵਾਂ ਹੋਰ ਵੱਧਦੀਆਂ ਨੇ, ਤ੍ਰਿਸ਼ਨਾ ਹੋਰ ਵੱਧਦੀ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਸਹਸ ਖੜੇ ਸਹਸ ਮੀਨੰਗ 1000, ਲੱਖ ਕੋ ਉਠ ਧਾਵੇ। ਹਜ਼ਾਰਾਂ ਤੋਂ ਬਾਅਦ ਲੱਖਾਂ ਦਾ ਸੁਪਨਾ ਆਉਂਦਾ ਹੈ ਔਰ ਲੱਖਾਂ ਤੋਂ ਬਾਅਦ ਕਰੋੜਾਂ ਦਾ ਸੁਪਨਾ ਆਉਂਦਾ ਹੈ। ਸਹਸ ਖੱਡੇ ਲੱਖ ਕੋ ਉਠ ਧਾਵੇ, ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ। ਮਹਾਰਾਜ ਫਿਰ ਕੀ ਕਰਨਾ ਪਏਗਾ ਕਿ ਬੰਦਾ ਤ੍ਰਿਪਤ ਹੋ ਕੇ ਧਰਤੀ ਤੋਂ ਮਰੇ, ਇਹਦੀਆਂ ਇੱਛਾਵਾਂ ਪੂਰੀਆਂ ਹੋ ਜਾਣ? ਹਜ਼ੂਰ ਨੇ ਕਿਹਾ ਰਸਤਾ ਬਦਲਣਾ ਪੈਣਾ ਹੈ। ਕਿਵੇਂ ਜੀ?
ਜਿਵੇਂ ਮੰਨ ਲਓ ਕਿ ਇੱਥੋਂ ਨਿਕਲ ਕੇ ਤੁਸੀਂ ਆਪਣੇ ਪਿੰਡ ਲਸਾੜੇ ਤੋਂ ਫਿਲੌਰ ਜਾਣਾ ਹੈ, ਸੁਣਿਓ ਧਿਆਨ ਨਾਲ, ਤਾਂ ਕੋਈ ਮੇਨ ਰੋਡ ਤੇ ਜਾ ਕੇ ਖੱਬੇ ਪਾਸੇ ਟਰਨ ਕਰਨ ਦੀ ਬਜਾਏ ਸੱਜੇ ਪਾਸੇ ਨੂੰ ਤੁਰ ਪਏ ਔੜ ਵੱਲ ਨੂੰ, ਤਾਂ ਹਜ਼ਾਰਾਂ ਮੀਲ ਗੱਡੀ ਚਲਾਈ ਜਾਵੇ ਉਹ ਥੱਕ ਜਾਏਗਾ, ਉਹਦੀ ਜ਼ਿੰਦਗੀ ਵਿੱਚ ਫਿਲੌਰ ਸ਼ਹਿਰ ਕਦੇ ਨਹੀਂ ਆਏਗਾ। ਪਤਾ ਕਿਉਂ? ਕਿਉਂਕਿ ਉਹਨੇ ਰਸਤਾ ਗਲਤ ਪਕੜ ਲਿਆ। ਜਿਹੜੇ ਲੋਕ ਰਸਤਾ ਗਲਤ ਪਕੜ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਮੰਜ਼ਿਲ ਕਦੇ ਨਹੀਂ ਆਉਂਦੀ। ਜਿਨ੍ਹਾਂ ਦਾ ਮਾਰਗ ਗਲਤ ਹੈ ਮੰਜ਼ਿਲ ਕਦੇ ਨਹੀਂ ਆਏਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਰਸਤਾ ਹੀ ਗਲਤ ਹੈ ਇੱਛਾਵਾਂ ਪੂਰੀਆਂ ਕਰਨ ਦਾ, ਉਹ ਇੱਛਾ ਪੂਰੀ ਕਿਵੇਂ ਹੋਏਗੀ? ਮਹਾਰਾਜ ਰਸਤਾ ਦੱਸ ਦਿਓ ਤਾਂ ਸੁਣ ਕੇ ਜਾਇਓ, ਸ਼ਾਇਦ ਕੰਮ ਆ ਜਾਏ। ਔਰ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਕੱਲਾ ਸੁਣ ਕੇ ਨਾ ਜਾਇਓ ਤਾਂ ਵੀ ਨਹੀਂ ਗੱਲ ਬਣਨੀ, ਕਿਉਂਕਿ ਸੁਣਨ ਨਾਲ ਕੱਲਾ ਕੁਝ ਨਹੀਂ ਹੋਏਗਾ। ਸੁਣਨਾ ਸ਼ੁਰੂਆਤ ਜ਼ਰੂਰ ਹੈ, ਇਹ ਸੁਣਨ ਤੋਂ ਬਾਅਦ ਇਹਨੂੰ ਕਮਾਉਣ ਦਾ ਯਤਨ ਕਰਿਓ। ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਨਹੀਂ, ਘੱਟੋ ਘੱਟ 5 ਮਿੰਟ ਐਕਸਰਸਾਈਜ਼ ਕਰ ਲਿਓ। ਦੇਖੋ ਇੱਕ ਬੇਨਤੀ ਸਮਝੋ, ਕਿਸੇ ਨੂੰ ਰੋਗ ਲੱਗ ਜਾਏ ਨਾ, ਰੋਗ ਕੋਈ ਦੁੱਖ, ਕੋਈ ਕਮਰ ਦਾ ਦਰਦ ਹੋ ਜਾਏ, ਹੋਰ ਕੋਈ ਦਰਦ ਰੋਗ ਖਲੋ ਜਾਏ, ਡਾਕਟਰ ਕਵੇ ਆਹ ਐਕਸਰਸਾਈਜ਼ ਰੋਜ਼ ਕਰੀ, ਉਹ 5 ਮਿੰਟ ਦੀ ਬਜਾਏ 20 ਮਿੰਟ ਕਰਦਾ, ਤੰਦਰੁਸਤੀ ਜੂ ਲੈਣੀ ਹੈ। ਗੁਰੂ ਨੇ ਕਿਹਾ ਇੱਕ ਕਰਮ ਰੋਜ਼ ਕਰੀ, ਜਾਂ ਤੇਰਾ ਰਸਤਾ ਸਹੀ ਹੋ ਜਾਏਗਾ, ਮੰਜ਼ਿਲ ਵੀ ਆ ਜਾਏਗੀ। ਉਹ ਧਰਤੀ ਦੇ ਜੀਣ ਵਾਲਿਆ, ਤੇਰੇ ਕੋਲ ਪੈਸਾ ਬੇਸ਼ੱਕ ਘੱਟ ਹੋਏਗਾ ਪਰ ਤੇਰੀਆਂ ਸ਼ਾਮਾਂ ਪੂਰੀਆਂ ਹੋ ਜਾਣਗੀਆਂ। ਪਦਾਰਥ ਘੱਟ ਹੋਣਗੇ ਪਰ ਤੂੰ ਰੱਜ ਜਾਏਗਾ, ਤੂੰ ਰਾਜਿਆਂ ਨਾਲੋਂ ਵੀ ਵਧੀਆ ਜੀਵਨ ਜੀ ਕੇ ਜਾਏਗਾ ਧਰਤੀ ਤੇ। ਕਦੋਂ? ਜੇ ਤੂੰ ਸੱਚੇ ਰੱਬ ਦੇ ਨਾਮ ਨੂੰ ਆਧਾਰ ਬਣਾ ਲੈ। ਪੰਕਤੀ ਮੈਂ ਤੁਹਾਨੂੰ ਸੁਣਾਉਣੀ ਹੈ ਜਿੱਥੇ ਇੱਛਾ ਪੂਰੀ ਹੋਣੀ। ਉਹ ਆਪਾਂ ਚਾਹੁੰਦੇ ਨਹੀਂ ਕਿ ਆਪ ਨਾਮ ਜਪ ਕੇ ਇੱਛਾ ਪੂਰੀ ਹੋਵੇ ਨਾ। ਪੜ੍ਹਿਆ ਪੜ੍ਹਾਇਆ ਕਿਤੇ ਪਾਣੀ ਮਿਲ ਜਾਏ, ਕੀਤਾ ਕਰਾਇਆ ਕਿਤੇੋਂ ਮਿਲ ਜਾਏ, ਉਹ ਆਪਾਂ ਨੂੰ ਸੌਖਾ ਲੱਗਦਾ ਹੈ। ਹੁਣ ਤੇ ਮਾਫ ਕਰਿਓ, ਗੁਰਦੁਆਰੇ ਵਾਲਿਆਂ ਨੇ ਵੀ ਨਾਮ ਇਦਾਂ ਦੇ ਰੱਖਣੇ ਸ਼ੁਰੂ ਕਰ ਦਿੱਤੇ। ਇੱਕ ਸਮਾਗਮ ਤੇ ਮੈਂ ਇੱਧਰ ਗਿਆ ਅੰਮ੍ਰਿਤਸਰ ਵੱਲ, ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਨਾਮ ਪਤਾ ਕੀ ਰੱਖਿਆ? ਗੁਰਦੁਆਰਾ ਇੱਛਾ ਪੂਰਕ ਸਾਹਿਬ। ਮੈਨੂੰ ਬੜੀ ਹੈਰਾਨਗੀ ਹੋਈ। ਮੈਂ ਪ੍ਰਬੰਧਕਾਂ ਨੂੰ ਪੁੱਛਿਆ, ਇਹ ਜੀ ਇੱਥੇ ਮਹਾਰਾਜ ਨੇ ਕੋਈ ਕਿਰਪਾ ਕੀਤੀ ਹੈ, ਕੋਈ ਵਰ ਦਿੱਤਾ ਹੈ, ਕੋਈ ਬਚਨ ਹੋਇਆ? ਉਹ ਨਹੀਂ ਨਹੀਂ ਭਾਈ ਸਾਹਿਬ ਜੀ। ਫਿਰ ਉਹ ਸ਼ਰਮਿੰਦੇ ਹੋਏ ਕਿਉਂਕਿ ਇਤਿਹਾਸਕ ਤੇ ਹੈ ਹੀ ਨਹੀਂ ਸੀ। ਨਹੀਂ ਨਹੀਂ ਭਾਈ ਸਾਹਿਬ ਜੀ, ਜਦੋਂ ਇਹ ਬਿਲਡਿੰਗ ਬਣੀ ਨਾ, ਪਹਿਲਾ ਪ੍ਰਕਾਸ਼ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆਇਆ ਸੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਮੈਂ ਕਿਹਾ ਫਿਰ ਪੂਰਾ ਲਿਖਣਾ ਸੀ। ਜਦੋਂ ਪੂਰਾ ਲਿਖੋਗੇ ਫਿਰ ਸਮਝ ਆਏਗੀ ਕਿ ਇੱਛਾ ਪੂਰੀਆਂ ਕਦੋਂ ਹੋਣੀਆਂ ਨੇ। ਭੁਲੇਖੇ ਵਿੱਚ ਪਾਇਆ ਜਾ ਰਿਹਾ ਹੈ ਫਲਾਨੇ ਗੁਰਦੁਆਰੇ ਜਾਓ ਇੱਛਾ ਪੂਰੀਆਂ ਹੁੰਦੀਆਂ ਨੇ, ਫਲਾਨੇ ਗੁਰਦੁਆਰੇ ਜਾਓ ਦੁੱਖ ਮਿਟਦੇ ਨੇ। ਇਹ ਬਹੁਤ ਵੱਡੀ ਮੂਰਖਤਾਈ ਹੈ ਸਿੱਖੋ। ਮੇਰੇ ਗੁਰੂ ਨੇ ਕਿਹਾ ਦੁੱਖ ਵੀ ਮਿਟਦੇ ਨੇ, ਇੱਛਾ ਵੀ ਪੂਰੀਆਂ ਹੁੰਦੀਆਂ ਨੇ, ਪਰ ਜੇ ਤੂੰ ਨਾਮ ਜਪ ਲਵੇਂ, ਉੱਦਾਂ ਨਹੀਂ। ਹਜ਼ੂਰ ਨੇ ਕਿਹਾ ਸੱਚ ਨਾਮ ਆਧਾਰ ਮੇਰਾ। ਪੜੋ, ਤੁਹਾਨੂੰ ਪੰਕਤੀ ਯਾਦ ਹੈ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਾਵ। ਆਖੋ, ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਆਖੋ, ਕਰ ਸ਼ਾਂਤ ਸੁਖ ਮਨ ਆਏ ਵਸੇ। ਜਿਨ ਇੱਛਾ, ਲਿਖਿਆ ਨਾ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣੀਆਂ। ਕਦੋਂ? ਜਦੋਂ ਤੂੰ ਨਾਮ ਨੂੰ ਆਧਾਰ ਬਣਾ ਲਏਗਾ। ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਤੁਰਦਿਆਂ ਫਿਰਦਿਆਂ ਜਪੀ ਚੱਲ ਵਾਹਿਗੁਰੂ 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 ਵਾਹਿਗੁਰੂ। ਜਪੋ ਵਾਹਿਗੁਰੂ ਵਾਹਿਗੁਰੂ। ਨਾਮ ਜਪੋ, ਸਭ ਦੁੱਖ ਮਿਟ ਜਾਂਦੇ। ਹੋਰ ਕੋਈ ਤਰੀਕਾ ਨਹੀਂ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਹਾਰਾਜ ਨੇ ਕਿਹਾ ਰੱਬ ਦੇ ਨਾਮ ਨੂੰ ਆਧਾਰ ਬਣਾਓ, ਤੁਹਾਡੇ ਦੁੱਖ ਮਿਟ ਜਾਣਗੇ। ਇੱਛਾ ਪੂਰੀਆਂ ਕਦੋਂ ਹੁੰਦੀਆਂ? ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾ ਕੈ ਵਸੈ ਕਾਮ ਧਿਨਾ,
सो ऐसा हर ध्याइए मेरे जीअड़े तां सर्व सुख पावे मेरे मना। महाराज किवें कहंदे जप मन सतनाम सदा सतनाम हलत पलत मुख उज्जल होई है नित ध्याइए हर पुरख निरंजना। नित अकाल पुरख वाहिगुरू जी दे नाम सतनाम नूं जप तेरा हलत भी सुखी तेरा पलत भी सुखी तेरे रोग भी मिटणगे तेरे दुख भी घट जाणगे तेरियां इच्छावां भी सारियां पूरियां हो जाणगियां। पर उठदियां सार पहलां जदों तेरी नींद चों जाग खुले तेरी रसना ते आवे सतनाम श्री। ये ना होवे जाग खुले ते पुछे तू चाह बन गई ना पहला वाहिगुरू सिमर। इत्थे सानू रोग पता क्यों चिंबड़े होए ने आ कलयुग ने कलेश पाए कलयुग ने। उठदियां सार लोक नाम नहीं जपदे उठदियां सार वाहिगुरू नहीं कहिंदे। गुरु ग्रंथ साहिब दा हुक्म है गुर सतगुर का जो सिख खाए की करे हो सो भल के उठ हर नाम ते आवे। उठदियां सार 5-10 मिनट अपने बिस्तरे ते बह के जपे वाहिगुरू 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 जपो वाहिगुरू वाहिगुरू आखो सतनाम श्री वाहिगुरू। नाम जपे उठदे सार 5 मिनट जपे 7 मिनट जपे सवेरे साजरे उठ के जपे हुए नाम का लाभ बहुत है। की लाभ है जिमें आयुर्वैदिक डॉक्टर कहते ना जिहड़े वैद देसी दवाइयां वाले वो कहते आ दवाई खाली पेट खानी है खाली पेट। 85 तो 90% देसी दवाइयां खाली पेट खाण वास्ते कहा जाता है। क्यों खाली पेट खाधी हुई दवाई सीधी रोग ते असर करती है। वो सिखा जदों नींद चों जागदा तेरी सुरत खाली हुंदी है। सारे दिन दे कीते हुए कर्म भोग के थक के सौ जाते सवेरे जदों उठदे हो सुरत ताजी है। उदों उस ताजी सुरत विच कोई मैला फुरना नहीं कोई माड़ी विचार नहीं। उदों चित जोड़ के कुछ मिनट जप लिया कर सारा दिन वो शब्द तेरे ते असर करेगा। असर साडे रोगां ते असर करदा है। सारा दिन फिर ये मन जिहड़ा भटकेगा नहीं क्योंकि सवेरे जप लिया। इस मन दे फिर सारा दिन रोग मिटे रहणगे। जिवें जिन्हों शुगर है वो सवेरे गोली खा लैंदा दिने वध घट खाधा जाए उन्होंने पच जाता है। इदां सवेरे उठ के नाम जप लिया कर वो दिने तैनूं कोई चंगा माड़ा बंदा भी मिल जाए तो तू बुरे पासे नहीं जाएगा। वो शब्द ने तैनूं बचा लेना। इसलिए उठदियां सार जप सतनाम श्री वाहिगुरू। पर आपां की करदे जां ते पिंडां वाले चाह मंगदे ते जेड़े थोड़े जे पढ़ लिख गए वो उठदियां सार पहला मोबाइल वेखदे आया की है। सारी दुनिया की खबर तो उठदियां सार पढ़ लेंदे। फेसबुक ते की है व्हाट्सएप ते की आया सारी दुनिया की खबर। सवेरे बुद्धि मैली हो गई नाम कित्थे टिकेगा जी। पहले विचारां भर गई। उठदियां सार अखबार पहला दुकान ते वेखदे हैं। हट्टी वाले चौंक में जिथे किते अखबार आउंदी है उत्थे खड़े होईदा। सवेरे सवेरे पूरी दुनिया दीयां खबरां दिमाग भर जांदा है। एक बजुर्ग सज्जन मोटी उन्हें ऐनक लाई तो किन्ना मोटा शीशा उहदी ऐनक दा ऐ बहुत नेड़ियों करके अखबार पढ़ रहा कला कला अखर ऐ पढ़ी जाए। वो दुकानदार जिहड़ी दुकान तो अखबार उन्हें लई सी पिंड विच बहिंदा उहनूं मैं पुछया बड़ा औखा होके बेचारा बजुर्ग पढ़ रहा खबर इनू पढ़ के तुसीं सुना दो की खबर है। वो दुकानदार कहना रहन दो भाई साहब ये सारा दिन विहला इन्हें शामी 3-4 बजे तक 5-6 पेज पढ़ लेने फोटोआं समेत सारा कुछ इन्हें पढ़ लेंदे। वो सारा दिन विच अखबार पूरी पढ़ लैंदा। इन्नी मोटी ऐनक है 5-6 पेजां दी अखबार ते पढ़ लैंदा। पर देखो भाग किन्ने माड़े ने इन्नी मोटी ऐनक बजुर्ग शरीर है जपजी साहिब दीयां 38 पौड़ियां नहीं पढ़दा। उन्होंने तो अद्धा घंटा भी नहीं लगना। वो तो 20 मिनटां च हो जाने। वो 20 मिनटां दा जपजी साहिब लोग नहीं पढ़ते
चार चार पेजां दी अखबार पढ़ लेंदे ने, फिर कहंदे ने घरां विच कलेश है, दुख है, रोग है। ये चीज़ां तां वधियां, ये नहीं कि गुरमुखां दे घर विच दुख कलेश नहीं आउंदे। ये भी सुणिओ, रोग दुख कलेश आउणगे पर ऐ हवा दी तरह लंघ जाणगे। मनमुखां दे घर आउणगे, घर पाड़ के रख देणगे, घर तोड़ के रख देणगे। घरां विच कलेश वध जांदे ने। जे नाम जपोगे दुख आएगा, ऐ हवा दे बुल्ले दी तरह लंघ जाएगा। इसलिए महाराज सच्चे पातशाह ने कहा, आधार बना के नाम जप। उठदियां सार तेरी जुबान ते कुछ मिनट चाहिए, वाहिगुरू सतनाम श्री। एक बेनती है, साध संगत सुनने का तां लाभ है, जदों हुण सवेरे उठो ना तो तुहानूं चेते आ जाए अज कहा सी दीवान च, तां जप लिओ 5-7 मिनट, तुहानूं तां लाभ होना। दवाई ले जाके कोई घर रख लवे, जिन्नी मर्जी महंगी होवे, किसी का रोग हटदा मैनूं दस दिओ। जे महंगी दवाई घर ले जाके रखे तो रोग हटदा तां दस दिओ। ਇਹਦਾ मतलब दवाई खानी पैंदी है, भावें 5 रुपए दी होवे, भावें 500 दी होवे, वो दवाई खाद्या रोग हटदा। ऐदां सिखो, सुन के जाओ तो कल नूं जपिओ नाम, फिर रोग हटना। फिर वेखिओ 1 महीना 2 महीने लगातार जप के वेखो, उस तो बाद वेखिओ नाम का रिजल्ट की है। उस तो बाद वेखिओ तुहाडे घर दे हालात की है। उस तो बाद मैनूं दस्सिओ, बच्चे कहना नहीं मनदे, गुरु दी बाणी जप के वेखो। हजूर ने कहा, साच नाम एक बार सारे जपो प्यार नाल। साच नाम आधार मेरा, साच नाम आधार मेरा, साच नाम आधार। जपो जपो, पूरी आवाज़ होनी चाहिए, पिंड तक पहुँचा दिओ। पकौड़े पकूड़े खाद्यो रज के, ਐਨ ਲਾ ਦਿਓ फिर जोर। ਤੁਹਾਡਾ गुरु नज़र करे, ਤੁਹਾਡੀ हाजरी प्रवान हो जाए। चित जोड़ के कहो मन विच, जदों बाणी पढ़ोगे ना, एक चीज़ होर सुनिओ, बाणी चित जोड़ के पढ़ो। ਤੁਹਾਨੂੰ कहना नहीं किसी ਨੂੰ पैंदा वे अखां बंद कर लो, आपे ही अखां बंद होंदियां। बाणी नशा ही इन्ना तगड़ा है, बाणी का रस ही इन्ना वड्डा है। जिवें निके जे बच्चे नूं मां बोतल विच दुध पा के दिंदी है, जदों वो 5-4 घुट्टां पींदा है, बच्चा आपे ही अखां बंद कर लैंदा। एक ते मां दी गोद दा निग है, दूजा दुध दा रस मां दी गोद विच बह के वध जांदा है। वो सिखो, आपां गुरु ग्रंथ साहिब दी गोद विच बैठे हो। ਅੰਮ੍ਰਿਤ ਬਾਣੀ ਪੀਓ ਪਿਆਰ ਨਾਲ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇੱਕ ਵਾਰ ਕਹੋ ਚਿਤ ਜੋੜ ਕੇ, ਸਾਚ ਨਾਮ ਆਧਾਰ ਮੇਰਾ, ਸਾਚ ਨਾਮ ਆਧਾਰ ਮੇਰਾ, ਸਾਚ ਨਾਮ ਆਧਾਰ। ਵਾਹ ਵਾਹ। जिन भुखा सब गवाइया, साच नाम आधार मेरा, साच नाम आधार मेरा। जिन भुखा सब साच, वाह वाह। कर शांत सुख मन आए वसिया, कर शांत सुख मन आए वसिया, कर शांत सुख मन। कर शांत सुख मन आए वसिया, कर शांत सुख मन आए वसिया, कर शांत सुख मन। जिन इच्छा सब पुजाइया, साच नाम आधार मेरा, साच नाम आधार मेरा। जिन इच्छा सब साच, वाह वाह।
ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਜੇ ਕੋਈ ਰੱਬ ਦੇ ਨਾਮ ਨੂੰ ਆਧਾਰ ਬਣਾ ਲੈ। ਜਿਹੜਾ ਵੀ ਨਾਮ ਹੈ, ਕੋਈ ਰਾਮ ਰਾਮ ਜਪਦਾ ਉਹੀ ਜਪ ਲਵੇ, ਕੋਈ ਸਤਨਾਮ ਵਾਹਿਗੁਰੂ ਜਪਦਾ ਉਹ ਜਪ ਲਵੇ। ਤਾਂ ਨਾਮ ਜਪੋ ਆਧਾਰ ਬਣਾ ਕੇ, ਰੋਜ਼ ਉੱਠਦਿਆਂ ਸਾਰ ਪਹਿਲਾਂ ਜਪੋ ਸਤਨਾਮ ਸ੍ਰੀ। ਆਧਾਰ ਦਾ ਅਰਥ ਹੁੰਦਾ ਆਸਰਾ। ਜਿਹੜੀ ਚੀਜ਼ ਸਭ ਤੋਂ ਪਹਿਲਾਂ ਲਈ ਜਾਵੇ। ਅੰਨਾ ਬੰਦਾ ਜਦੋਂ ਉੱਠਦਾ ਪਹਿਲਾਂ ਆਪਣੀ ਛਟੀ ਲੱਭਦਾ। ਇੱਦਾਂ ਆਪਾਂ ਰੱਬ ਦੇ ਨਾਮ ਨੂੰ ਆਧਾਰ ਬਣਾਉਣਾ। ਉੱਠਦਿਆਂ ਸਾਰ ਸਤਨਾਮ ਵਾਹਿਗੁਰੂ ਜਪਣਾ। ਫਿਰ ਇਹ ਨਾਮ ਭੁੱਖਾਂ ਵੀ ਮਿਟਾ ਦੇਗਾ, ਦੁੱਖ ਵੀ ਮਿਟਾ ਦੇਗਾ ਤੇ ਇੱਛਾ ਵੀ ਪੂਰੀਆਂ ਕਰ ਦੇਗਾ। ਕਿਉਂਕਿ ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਵ ਸੁਖ ਪਾਵੇ ਮੇਰੇ ਮਨਾ। ਜੇ ਨਾਮ ਜਪੋਗੇ ਤੁਹਾਨੂੰ ਪੁੱਛਣਾ ਨਹੀਂ ਲੈਣੀ ਪੈਣੀ। ਕੋਈ ਤੁਹਾਨੂੰ ਦੱਸੇ ਫਲਾਨੀ ਜਗ੍ਹਾ ਤੇ ਦੱਸਦਾ, ਤੁਹਾਨੂੰ ਆਪਣੇ ਕਿਸੇ ਕੰਮ ਵਾਸਤੇ ਕਿਸੇ ਕੋਲ ਜਾਣਾ ਨਹੀਂ ਪਏਗਾ। ਅੱਜ ਦੁਨੀਆ ਭਟਕ ਰਹੀ ਹੈ ਪੜ੍ਹੀ ਲਿਖੀ। ਪਹਿਲਾਂ ਤਾਂ ਲੋਕ ਕਹਿੰਦੇ ਸੀ ਨਾ ਅਨਪੜ੍ਹ ਹੈ ਜੀ। ਅਨਪੜ੍ਹਤਾ ਦੇ ਵਿੱਚ ਇੰਨਾ ਵਹਿਮ ਭਰਮ ਵਧਿਆ। ਤਰਕਸ਼ੀਲਾਂ ਨੂੰ ਬੜੀ ਮਿਹਨਤ ਕਰਨੀ ਪਈ ਪਿੰਡ ਪਿੰਡ ਘੁੰਮ ਕੇ ਦੱਸਣ ਵਾਸਤੇ, ਉਹ ਆਹ ਚੀਜ਼ ਹੈ ਨਹੀਂ, ਆਹ ਚੀਜ਼ ਹੈ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਤਾਂ ਕਈ ਸਦੀਆਂ ਪਹਿਲਾਂ ਗੱਲ ਕਹਿਤੀ। ਹੁਣ ਫੇਰ ਲੋਕ ਭਟਕ ਰਹੇ ਨੇ। ਤੁਸੀਂ ਕਦੇ ਲੁਧਿਆਣੇ ਆਓ ਸਾਡੇ, ਤਾਂ ਜਿਹੜੀ ਲਾਈਟ ਉੱਤੇ ਰੋਕੋਗੇ ਨਾ ਗੱਡੀ, ਵੱਡੇ ਵੱਡੇ ਸ਼ਹਿਰਾਂ ਵਿੱਚ ਹੁੰਦਾ ਇਸ ਤਰ੍ਹਾਂ, ਉੱਥੇ ਉਨੀ ਪੈਸਿਆਂ ਤੇ ਨੌਕਰ ਛੱਡੇ ਹੋਏ ਨੇ ਬੰਦੇ। ਇੰਨੇ ਇੰਨੇ ਕਾਰਡ ਤੁਹਾਡੇ ਲਿਆ ਕੇ ਸ਼ੀਸ਼ੇ ਦੇ ਵਿੱਚ ਵੈਪਰ 'ਚ ਫਸਾ ਦੇਣਗੇ। ਉੱਤੇ ਲਿਖਿਆ ਪਤਾ ਕੀ ਹੈ? ਕਾਰਡ ਉੱਤੇ ਲਿਖਿਆ ਮੀਆਂ ਜੀ ਮਹਾਰਾਜ, ਮਹਾਸ਼ਾ ਗੁਰੂ ਜੀ ਮਹਾਰਾਜ, ਹਰ ਮੁਸ਼ਕਲ ਦੇ ਹੱਲ ਵਾਸਤੇ ਮਿਲੋ। ਉੱਤੇ ਲਿਖਿਆ ਮਿਲੋ, ਹਰ ਮੁਸ਼ਕਲ ਦੇ ਹੱਲ ਵਾਸਤੇ ਮਿਲੋ। 15 ਮਿੰਟਾਂ ਵਿੱਚ ਹਰ ਮੁਸ਼ਕਲ ਦਾ ਹੱਲ। ਕਿਸੇ ਦੀ ਵਿਦੇਸ਼ ਯਾਤਰਾ ਨਹੀਂ ਬਣਦੀ, ਸਾਨੂੰ ਮਿਲੋ। ਕਿਸੇ ਪਤੀ ਪਤਨੀ ਦਾ ਤਲਾਕ ਨਹੀਂ ਹੁੰਦਾ, ਉਹ ਕਹਿੰਦਾ ਸਾਨੂੰ ਮਿਲੋ। ਕਿਸੇ ਦਾ ਵਿਆਹ ਸ਼ਾਦੀ ਨਹੀਂ ਹੋ ਰਿਹਾ, ਸਾਨੂੰ ਮਿਲੋ। 15 ਮਿੰਟਾਂ ਵਿੱਚ ਹੱਲ। ਤੇ ਲੋਕ ਉਹ ਫੋਨ ਨੰਬਰ ਲੈ ਕੇ ਫੋਨ ਕਰਕੇ ਜਾਂਦੇ ਉਹਨੂੰ ਪੁੱਛਣ। ਬੜੇ ਦਫ਼ਤਰ ਬੰਗਾਲੀਆਂ ਨੇ ਖੋਲ੍ਹੇ ਸਾਡੇ ਲੁਧਿਆਣੇ, ਔਰ ਲੋਕ ਆਉਂਦੇ ਨੇ ਉਹਨਾਂ ਕੋਲ। ਭੀੜ ਲੱਗੀ ਹੈ ਤੇ ਮਾਫ ਕਰਿਓ, ਕੋਈ ਉਹਨਾਂ ਨੂੰ ਪੁੱਛਣ ਵਾਲਾ ਹੋਵੇ। ਇੱਥੇ ਬੱਚਿਆਂ ਨੇ 2-2 ਵਾਰ ਆਈਲੈਟਸ ਦੇ ਟੈਸਟ ਦਿੱਤੇ ਨੇ, 6-6 ਬੈਂਡ ਆ ਗਏ ਨੇ, ਲੱਖਾਂ ਰੁਪਈਆ ਲੋਕ ਚੁੱਕੀ ਫਿਰਦੇ ਨੇ। ਉਹ 2-2 ਵਾਰ ਮੈਸੇਜ ਫੈਲਾਂ ਲੱਗ ਗਈਆਂ। 6-6 ਮਹੀਨੇ ਹੋ ਗਏ, ਵੀਜ਼ੇ ਨਹੀਂ ਲੱਗਦੇ। ਤੁਸੀਂ ਕਹਿੰਦੇ ਹੋ ਬਾਹਰ ਦਾ ਕਿਸੇ ਦਾ ਵਿਦੇਸ਼ ਦਾ ਨਹੀਂ ਬਣਦਾ, 15 ਮਿੰਟਾਂ ਵਿੱਚ ਹੱਲ। ਸਾਨੂੰ ਮਿਲੋ ਜੇ ਵੀਜ਼ਾ ਨਹੀਂ ਲੱਗਦਾ। ਉਹਨੂੰ ਪੁੱਛੋ ਮਾਮਿਆ ਤੂੰ ਕੌਂਸਲੇਟ ਲੱਗਾ ਜਿਹੜਾ 15 ਮਿੰਟਾਂ 'ਚ ਵੀਜ਼ਾ ਲਾ ਦੇਗਾ? 6-6 ਮਹੀਨਿਆਂ ਤੋਂ ਆਈਲੈਟ ਜਿਨ੍ਹਾਂ ਕੀਤੀ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ, ਤੂੰ ਕਿਵੇਂ ਲਾ ਦੇਂਗਾ? ਜੇ ਪਤੀ ਪਤਨੀ ਦਾ ਤਲਾਕ ਨਹੀਂ ਹੁੰਦਾ, ਸਾਨੂੰ ਮਿਲੋ। ਜੇ ਕਿਸੇ ਦਾ ਵਿਆਹ ਸ਼ਾਦੀ ਨਹੀਂ ਹੁੰਦੀ, ਮਾਫ ਕਰਿਓ, ਇੱਕ ਵਰਲਡ ਹੋਰ ਉਹ ਲਿਖਣ ਲੱਗ ਪਏ। ਪਤਾ ਕਿਉਂ? ਉਹ ਲੋਕਾਂ ਦੀ ਨਬਜ਼ ਪਕੜਦੇ ਆ। ਜਿਹੜਾ ਰੋਗ ਹੋਵੇ ਉਦਾਂ ਦਾ ਛਾਪ ਦਿੰਦੇ। ਇੱਕ ਉਹਨਾਂ ਹੋਰ ਥੱਲੇ ਵਰਲਡ ਲਿਖਿਆ, ਉਹ ਹੁਣ ਜ਼ਿਆਦਾ ਜਾਣ ਲੱਗ ਪਏ ਜੀ ਉੱਥੇ। ਮੈਨੂੰ ਮਾਫ ਕਰਿਓ, ਤੁਸੀਂ ਮੇਰੇ ਹੀ ਪਰਿਵਾਰ, ਆਪਾਂ ਘਰਾਂ ਵਾਲੇ ਬੈਠੇ, ਉਹਦੇ ਥੱਲੇ ਉਹਨਾਂ ਵਿੱਚ ਲਿਖਿਆ ਹੋਇਆ ਜੇ ਪ੍ਰੇਮੀ ਜੋੜਿਆਂ ਦਾ ਵਿਆਹ ਨਹੀਂ ਹੁੰਦਾ ਸਾਨੂੰ ਮਿਲੋ। ਉਹ ਜ਼ਿਆਦਾ ਜਾਂਦੇ, ਬਹੁਤ ਤੁਰੇ ਫਿਰਦੇ ਉੱਥੇ। ਹੱਦ ਹੋ ਗਈ ਗੱਲ ਵਾਲੀ। ਇਹਦਾ ਮਤਲਬ ਕੋਈ ਸਮਾਜ ਵਿੱਚ ਰੋਕਣ ਵਾਲਾ ਨਹੀਂ। ਤੁਸੀਂ ਗਲਤ ਰਸਤਾ ਚੂਜ਼ ਕਰ ਰਹੇ ਹੋ। ਕੋਈ ਸਰਕਾਰ ਵੀ ਨਹੀਂ ਰੋਕ ਰਹੀ ਉਹਨਾਂ ਨੂੰ, ਕੋਈ ਲਾਇਸੈਂਸ ਨਹੀਂ ਉਹਨਾਂ ਕੋਲ। ਲੋਕ ਜਾ ਰਹੇ ਨੇ, ਨੌਜਵਾਨ ਬੱਚੇ ਬੱਚੀਆਂ ਭਟਕ ਰਹੇ ਨੇ। ਉਹਦਾ ਕਾਰਨ ਇੱਕੋ ਹੀ ਹੈ, ਸਿੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਟੁੱਟ ਗਏ। ਇੱਕ ਅੰਗਰੇਜ਼ ਔਰਤ ਹੈ, ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ, ਮਿਸ ਜ਼ੀਨਾ ਕੌਲਰ ਉਹਦਾ ਨਾਂ ਹੈ। ਉਹਨੂੰ ਅਮਰੀਕਾ ਨੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਬੜੀ ਵੱਡੀ ਫਿਲਾਸਫਰ ਹੋਈ ਈਸਾਈਆਂ ਦੀ। ਉਹ ਕਹਿੰਦੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ 7 ਸਾਲਾਂ ਵਿੱਚ ਟਰਾਂਸਲੇਟ, ਔਰ ਜਿੱਦਣ ਮੈਂ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਪੜ੍ਹ ਲਈ, ਉਸ ਦਿਨ ਤੋਂ ਬਾਅਦ ਕੋਈ ਇੱਛਾ ਨਹੀਂ ਰਹੀ ਮੈਂ ਦੁਨੀਆ ਦਾ ਕੋਈ ਗ੍ਰੰਥ ਪੜ੍ਹਾਂ, ਕੋਈ ਕਿਤਾਬ ਪੜ੍ਹਾਂ। ਉਹ ਪੜ੍ਹਨ ਤੋਂ ਬਾਅਦ ਉਹਦਾ ਮਨ ਬਿਲਕੁਲ ਸ਼ਾਂਤ ਹੋ ਗਿਆ। ਇੱਕ ਉਹਨੇ ਸਟੇਟਮੈਂਟ ਦਿੱਤੀ ਹੈ, ਉਹਨੂੰ ਸਿੱਖ ਮਿਸ਼ਨਰੀ ਕਾਲਜ ਨੇ ਆਪਣੀਆਂ ਪੁਸਤਕਾਂ ਵਿੱਚ ਛਾਪਿਆ। ਉਹ ਅੰਗਰੇਜ਼ ਔਰਤ ਈਸਾਈ ਹੈ, ਬੜੀ ਵੱਡੀ ਫਿਲਾਸਫਰ। ਉਹਨੇ ਲਿਖਿਆ, ਦੁਨੀਆ ਦੇ ਲੋਕੋ,
जिस दिन का मैं धन गुरु ग्रंथ साहिब की बाणी की व्याख्या पढ़ी है, मेरे मन के सब शंके मिट गए, सारे भरम मिट गए। अज मैं पूरी दुनिया नूं कहना चाहुंदी हां, ऐ संसार दे लोको दिलों विचों ईरखा कढ़ के, मत मजमा धर्मां ग्रंथां दी मन विचों मैल ईरखा कढ़ दिओ। जिदन सच्चे दिलों इंसाफ करोगे, उदन पूरी दुनिया का इको ही गुरु होएगा, वो धन गुरु ग्रंथ साहिब होएगा। पूरी दुनिया वो अंग्रेज औरत कह रही है, तो उन्हें नाल एक गल होर लिखी, संसार दे लोको जिदन गुरु ग्रंथ साहिब पूरी दुनिया गुरु मन लैगी, उदन किसी देश नूं कंडियालियां तारां लाण दी लोड़ नहीं, कोई देश फौजां रखण दी लोड़ नहीं पैगी, किसी देश नूं सरहद ते अपनी फौज खड़ी करन दी लोड़ नहीं पैगी, कोई देश किसी दूजे देश की सरजमीन ते कब्जा नहीं करेगा। क्यों? एक उपदेश गुरु ग्रंथ साहिब चों पूरी दुनिया नूं समझ आ जाएगा कि अब्बल अल्लाह नूर पाया, कुदरत के सब बंदे, एक नूर ते सब जग उपजया, कौन भले को मंदे। एक अंग्रेज औरत नूं समझ आ गई, साडी बदकिस्मती है, असीं सिखां दे घर पैदा हो के भी गुरु ग्रंथ साहिब की बाणी नहीं पढ़ सकते। असीं तां भटके होए आ, साडे कोल तां 7 दिनां दा पाठ कराउण दा टाइम नहीं रहा, 7 दिनां वाला सहज पाठ कराउण दा टाइम नहीं रहा लोकां कोल। अगे 8-8 दिन घरां विच पाठ कराउणे, सवेरे शाम बाणी सुननी, ते 1-2 सहज पाठ किसी घर विच हो जाण ना, 1-2, तां उस घर विच बाणी दा पाठी बन जांदा सी बंदा। सवेरे शाम कई बार आपे घरदियां ने प्रकाश कर लेना साजरे, शाम नूं आपे सुखासन कर देना, भाई साहब जी असीं आपे सुखासन कर दांगे, सिख लेना। पर हुण साडे कोल समा ही नहीं रहा। हुण 8 दिन दी ते गल छड्डो, मैं पहलां भी बेनती कीती, वो हुण ते 3 दिन वाला पाठ भी श्री अखंड पाठ साहिब कोई कराउंदा नहीं। आपां कहने 1.5 घंटे वाला सुखमनी साहिब करके भोग पा दिओ जी। विआह होवे, कोई दुख सुख होवे, सुखमनी साहिब करा लो। इनू पंथ ने प्रवानगी नहीं दिती। मेरी हाथ जोड़ के बेनती है, अखंड पाठ साहिब कराओ ਜਾਂ सहज पाठ साहिब कराओ। वो तां ये बेनती 1 साल रुक के करा लिओ, जे पैसे नहीं 1 साल रुक के करा लिओ, पर कराओ गुरु की बाणी का पूरा पाठ, तुहानूं इहदा लाभ होएगा। तो वो जिहड़े लिखते ने ना, महाशा जी साहब नूं मिलो, मियाँ जी गुरु जी नूं मिलो, वो बंगाली मुसलमान भईए लुट रहे ने पंजाबियों नूं, पंजाबी लुटे जा रहे ने। हुण मैं तुहानूं दसदा गुरु ग्रंथ साहिब की बाणी की कितनी वड्डी शक्ति है तुहाडे कोल। जिहड़े गुरु कोल बैठे हो ना, एवें नहीं महापुरुषां ने कुंभ लाया समागम कराओ पिंडां विच, काहदे वास्ते जी? तुहानूं पकौड़े खिलाउण वास्ते कराउणा ना, वो तो तुसीं अगे पिछे भी खांदे हो, मेलिਆਂ ते घर भी बना लैंदे हो। ਇਹਦਾ ਲਾਭ है गुरु ग्रंथ साहिब महाराज की बाणी के उपदेश बारे सानू जानकारी मिले, असी समझ सकीए करना की है, कर की रहे हैं, सानू करना की चाहिए, साडे गुरु की वड्याई है, ये सानू पता लगे। एक गल मैं सुनानी है, फिर समाप्ति कर देनी, ध्यान नाल सुनियो। दुआबे ते सज्जण ने, वो दुबई विच रहिंदे ने, बड़ा तगड़ा कारोबार है उन्हां दा, उन्हां दे ट्राले चलते हैं उत्थे। ये मैं थोड़े दिनों तो लगातार कई समागमों में गल सुनाई है, क्योंकि गुरु ग्रंथ साहिब महाराज जी का पहला प्रकाश पर्व लंघिया और आपां सुचेत हो जाइए कि साडी बाणी गुरु ने जिहड़ी बख्शी उस कितनी ताकत है। वो जिन्हां दे ट्राले चलते ना जी, सरदारां दे कई मुंडे पंजाब दे उन्हां कोल काम करते हैं। उसे शहर विच एक मुसलमान रवाब, उहदा भी ट्रांसपोर्ट का काम है। कहते मुसलमान के मन में ईरखा आ गई, सरदारां दा काम फेल करना चाहिए, किवें कीता जावे? तो वो मुसलमान रवाब ने फिर कोई जादू टूने वाला बंदा लभ्या भी उन्हें बगदाद तो, बगदाद शहर तो काले इलम का माहर मौलवी मंगाया। उस मौलवी नूं कहा, तैनूं इन्ने 1000 दिनार दवांगा, 5 स्टार होटल में ठहरावांगा, वाई एयर टिकट दवांगा, एक सरदारां दा कम बिठाउणा है।
ਕਾਰੋਬਾਰ ਫੇਲ ਕਰਨਾ। ਮੌਲਵੀ ਨੇ ਕਿਹਾ ਜੀ ਇੱਕ ਵਾਰ ਦੱਸ ਦਿਓ, ਇੱਦਾਂ ਦੇ ਮੰਤਰ ਮੇਰੇ ਕੋਲ ਮਸਾਣੀਆਂ ਸੁਮਾਣੀਆਂ ਨੇ, ਛੱਡ ਦੇਵਾਂ ਚੱਲਦੇ ਟਰਾਲੇ ਪਲਟ ਜਾਣਗੇ। ਚੱਲਦੇ ਮੰਤਰ ਵੀ ਬਹੁਤ ਤਕੜੇ ਤਕੜੇ ਲੋਕਾਂ ਕੋਲ। ਉਹਨੇ ਦਾਅਵਾ ਕੀਤਾ, ਸੱਦ ਲਿਆ ਰਵਾਬ ਨੇ ਦੁਬਈ, ਉਹਨੂੰ ਸਰਦਾਰਾਂ ਦਾ ਕਾਰੋਬਾਰ ਦਿਖਾ ਦਿੱਤਾ, ਨਾਮ ਦੱਸ ਦਿੱਤਾ ਟਰਾਂਸਪੋਰਟ ਦਾ। ਤਾਂ ਉਹਨੇ ਫਿਰ ਹੋਟਲ ਵਿੱਚ ਜਿੱਥੇ ਠਹਿਰਿਆ ਉੱਥੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਬੜੇ ਮੰਤਰ ਪੜ੍ਹੇ, ਜੋ ਜੋ ਕਾਲੇ ਇਲਮ ਦੇ ਮੰਤਰ ਕਰਨੇ ਸੀ ਕਰਕੇ ਉਹਨੇ 48 ਘੰਟੇ ਬਾਅਦ ਕਿਹਾ ਰਵਾਬ ਨੂੰ, ਕਹਿੰਦਾ ਜੀ ਪਤਾ ਕਰਾਓ ਸਰਦਾਰਾਂ ਦਾ ਹਾਲ ਵਿਗੜ ਗਿਆ ਹੋਏਗਾ। ਚਲਾ ਗਿਆ ਰਵਾਬ ਪੁੱਛਣ। ਉਹਨੇ ਕਿਹਾ ਟਰਾਂਸਪੋਰਟ ਤੇ ਜਾਣਾ, ਨਾਲੇ ਬਹਾਨੇ ਨਾਲ ਚਾਹ ਪਾਣੀ ਪੀ ਕੇ ਬੁਲਾ ਮੰਗਾ, ਨਾਲੇ ਪਤਾ ਲੱਗ ਹੀ ਜਾਣਾ ਕਿ ਕੀ ਗੱਲਬਾਤ ਹੋਈ ਹੈ ਸਰਦਾਰਾਂ ਦੀ। ਕੋਈ ਟਰਾਲੇ ਟਰੂਲੇ ਪਲਟ ਗਏ ਹੋਣਗੇ, ਘਾਟਾ ਪੈ ਗਿਆ, ਕੁਝ ਨਾ ਕੁਝ ਹੋ ਗਿਆ ਹੋਏਗਾ। ਜਦੋਂ ਗਿਆ ਉਹ ਰਵਾਬ ਮੁਸਲਮਾਨ, ਉਹਨੇ ਜਾ ਕੇ ਬਹਿ ਗਿਆ, ਸਰਦਾਰ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ, ਬੈਠਿਆ, ਚਾਹ ਪਾਣੀ ਪੀਤਾ ਅੱਧਾ ਘੰਟਾ, ਪਰ ਸਰਦਾਰ ਜੀ ਦੇ ਚਿਹਰੇ ਤੋਂ ਲੱਗਿਆ ਨਹੀਂ ਕਿ ਘਾਟਾ ਪਿਆ ਹੋਵੇ। ਅੱਧਾ ਘੰਟਾ ਚਿਹਰਾ ਵਾਚਦਾ ਰਿਹਾ, ਗੱਲਾਂ ਪੁੱਛਦਾ ਰਿਹਾ, ਘਾਟਾ ਹੀ ਨਹੀਂ ਪਿਆ ਕੋਈ ਸਰਦਾਰਾਂ ਨੂੰ। ਤਾਂ ਵਾਪਸ ਆ ਕੇ ਉਹ ਮੌਲਵੀ ਨੂੰ ਕਹਿੰਦਾ, ਉਹਨਾਂ ਦਾ ਤਾਂ ਕੁਝ ਨਹੀਂ ਵਿਗੜਿਆ ਬੁਗੜਿਆ, ਜੇ ਕੁਝ ਵਿਗੜਿਆ ਹੁੰਦਾ ਉਹ ਗੱਲ ਕਰਦੇ। ਕੋਈ ਟਰਾਲਾ ਪਲਟਦਾ, ਕੋਈ ਘਾਟਾ ਪੈਂਦਾ, ਕੋਈ ਕਿਸੇ ਤਰ੍ਹਾਂ, ਉਹਨੇ ਕੋਈ ਗੱਲ ਨਹੀਂ ਕੀਤੀ। ਮੈਨੂੰ ਤੇ ਸਰਦਾਰ ਖੁਸ਼ ਲੱਗੇ ਨੇ ਦੋਵੇਂ ਭਰਾ। ਤਾਂ ਉਹ ਮੌਲਵੀ ਕਹਿੰਦਾ ਅੱਛਾ, ਕਹਿੰਦਾ 2 ਦਿਨ ਦਾ ਟਾਈਮ ਹੋਰ ਦਿਓ ਮੈਨੂੰ, ਹੁਣ ਮੈਂ ਆਖਰੀ ਉਹ ਮਸਾਣੀ ਸਮਾਣੀ ਛੱਡਣੀ ਹੈ ਜਿਹਦੇ ਨਾਲ ਤੁਹਾਨੂੰ ਆਪੇ ਪਤਾ ਲੱਗ ਜੂ, ਜਿੱਥੇ ਜਿੱਥੇ ਉਹਨਾਂ ਦੀ ਟਰਾਂਸਪੋਰਟ ਦੇ ਨਾਮ ਦੇ ਟਰਾਲੇ ਹੋਣਗੇ ਅੱਗ ਪੈ ਜਾਊਗੀ। ਉਹਨੇ ਕਿਹਾ ਖਬਰਿਆ ਸੱਚ ਹੀ ਇਦਾਂ ਹੋਣਾ। ਮੌਲਵੀ ਨੇ ਬੜੇ ਤਕੜੇ ਮੰਤਰ ਪੜ੍ਹੇ, ਕਾਲਾ ਇਲਮ ਛੱਡ ਦਿੱਤਾ, ਉਹਨੇ ਬੜੀ ਤਕੜੀ ਮਸਾਣੀ ਛੱਡੀ ਆਪਣੇ ਵੱਲੋਂ। ਤਾਂ ਕਹਿੰਦੇ ਤੀਜੇ ਦਿਨ ਫਿਰ ਜਾ ਕੇ ਕਹਿੰਦਾ ਮੌਲਵੀ ਜੀ ਹੁਣ ਪਤਾ ਕਰਾਓ ਸਰਦਾਰਾਂ ਦਾ ਕੀ ਹਾਲ ਹੈ। ਚਲਾ ਗਿਆ ਰਵਾਬ ਫਿਰ ਤੀਜੇ ਦਿਨ। ਉਹ ਸਰਦਾਰ ਜੀ ਨੂੰ ਵੀ ਸ਼ੱਕ ਪਿਆ, ਗੱਲ ਕੀ ਹੈ, ਅਜੇ ਪਰਸੋਂ ਚੌਥੇ ਤੇ ਗਿਆ, ਅੱਜ ਫਿਰ ਆ ਗਿਆ। ਤਾਂ ਬਹਿ ਗਿਆ ਸਲਾਮ ਦੁਆ ਕਰਕੇ, ਹੋਰ ਸੁਣਾਓ ਸਰਦਾਰ ਜੀ ਕਿਵੇਂ ਚੱਲ ਰਿਹਾ ਕਾਰੋਬਾਰ, ਕਿੱਥੇ ਕਿੱਥੇ ਟਰਾਲੇ ਭੇਜੇ ਹੋਏ ਨੇ। ਉਹ ਕਹਿੰਦਾ 5-7 ਤਾਂ ਦੋਹਾ ਕਤਰ ਗਏ ਹੋਏ ਆ, 5 ਫਲਾਨੀ ਕੰਪਨੀ ਨਾਲ ਲਾਏ ਹੋਏ। ਗੱਲਾਂ ਬਾਤਾਂ ਚੱਲਦੀਆਂ, ਗੱਲਾਂ ਬਾਤਾਂ 'ਚ ਲੱਗਾ ਨਹੀਂ ਕਿ ਕਿਸੇ ਟਰਾਲੇ ਨੂੰ ਅੱਗ ਲੱਗੀ ਹੋਵੇ, ਨਹੀਂ ਲੱਗਾ ਕਿ ਸਰਦਾਰਾਂ ਦਾ ਕਾਰੋਬਾਰ ਫੇਲ ਹੋਇਆ। ਇੰਨੇ ਨੂੰ ਇੱਕ ਨੌਜਵਾਨ ਸਿੱਖ ਲੜਕਾ ਆਇਆ, ਉਹਨੇ ਲਿਆ ਕੇ ਇੱਕ ਬੰਦ ਲਿਫਾਫਾ ਕਾਗਜ਼ਾਂ ਦਾ, ਡਾਕ ਜਿਹੜੀ ਰਜਿਸਟਰੀ ਆਈ ਹੈ ਟੇਬਲ ਤੇ ਸਰਦਾਰ ਜੀ ਦੇ ਰੱਖ ਦਿੱਤੀ, ਨਾਲ ਇੱਕ ਮਠਿਆਈ ਦਾ ਡੱਬਾ ਰੱਖਿਆ। ਜਦੋਂ ਉਹ ਸਰਦਾਰ ਜੀ ਨੇ ਗੱਲਾਂ ਕਰਦਿਆਂ ਰਵਾਬ ਮੁਸਲਮਾਨ ਨਾਲ ਉਹ ਕਾਗਜ਼ ਪੇਪਰਾਂ ਦਾ ਲਿਫਾਫਾ ਖੋਲ੍ਹਿਆ, ਕਾਗਜ਼ ਕੱਢ ਕੇ ਮੋਟੇ ਮੋਟੇ ਐ ਪੜ੍ਹੇ, ਪੜ੍ਹ ਕੇ ਸਰਦਾਰ ਜੀ ਨੇ ਉਹ ਕਾਗਜ਼ ਫਿਰ ਡਰਾਅ ਵਿੱਚ ਰੱਖ ਦਿੱਤੇ, ਨਾਲ ਹੀ ਡਰਾਅ ਵਿੱਚ। ਤਾਂ ਡਰਾਅ ਵਿੱਚ ਰੱਖ ਕੇ ਫਿਰ ਸਰਦਾਰ ਜੀ ਨੇ ਡੱਬਾ ਮਠਿਆਈ ਵਾਲਾ ਖੋਲ੍ਹਿਆ, ਖੋਲ ਕੇ ਮਠਿਆਈ ਦਾ ਡੱਬਾ ਬਰਫੀ ਮੋਹਰ ਨੂੰ ਕਰਕੇ ਰਵਾਬ ਦੇ ਮੁਸਲਮਾਨ ਦੇ ਕਹਿੰਦਾ ਲਓ ਰਵਾਬ ਸਾਹਿਬ ਮੂੰਹ ਮਿੱਠਾ ਕਰੋ। ਰਵਾਬ ਤਾਂ ਸੜ ਬਲ ਗਿਆ, ਮੈਂ ਤੇ ਇਹਨਾਂ ਦੇ ਪੁੱਛਣ ਆਇਆ ਕਾਰੋਬਾਰ ਕੋਈ ਅੱਗ ਲੱਗੀ ਹੋਗੀ ਟਰਾਲਿਆਂ ਨੂੰ। ਤੇ ਰਵਾਬ ਪੁੱਛਦਾ ਸਰਦਾਰ ਜੀ ਕਿਹੜੀ ਖੁਸ਼ੀ ਵਿੱਚ? ਕਹਿੰਦਾ ਜੀ ਉਹ 4 ਟਰਾਲੇ ਸਰਦਾਰ ਜੀ ਕਹਿੰਦੇ ਬੁੱਕ ਕਰਾਏ ਸੀ, ਉਹਨਾਂ ਦੀ ਇੰਸ਼ੋਰੈਂਸ ਆ ਗਈ ਆ, ਟਰਾਲੇ ਪਾਸ ਹੋ ਗਏ ਨੇ, ਕੱਲ ਪਰਸੋਂ ਨੂੰ ਨਵੇਂ ਆ ਜਾਣੇ, ਤਾਂ ਕਰਕੇ ਮੂੰਹ ਮਿੱਠਾ ਕਰੋ। ਔਰ ਰਵਾਬ ਤਾਂ ਸੜ ਬਲ ਗਿਆ, ਉਹ ਮੈਂ ਅੱਗ ਲਾਉਣੀ ਚਾਹੁੰਦਾ, 4 ਹੋਰ ਪਾ ਲਏ ਇਹਨਾਂ ਨੇ। ਤਾਂ ਗੁੱਸੇ ਵਿੱਚ ਸਿੱਧਾ ਹੀ ਹੋਟਲ ਵਿੱਚ ਗਿਆ ਜਿੱਥੇ ਉਹ ਠਹਿਰਿਆ ਸੀ ਜਾਦੂ ਟੂਣੇ ਵਾਲਾ। ਜਾਂਦਿਆਂ ਮੌਲਵੀ ਨੂੰ ਕਹਿੰਦਾ ਪੈਸੇ ਕੱਢ ਮੇਰੇ ਇੱਧਰ। ਉਹ ਕਹਿੰਦਾ ਕਿਹੜੀ ਗੱਲੋਂ? ਕਹਿੰਦਾ ਸਰਦਾਰਾਂ ਦਾ ਤਾਂ ਕੁਝ ਵੀ ਨਹੀਂ ਵਿਗੜਿਆ, ਉਹ ਤਾਂ 4 ਟਰਾਲੇ ਹੋਰ ਨਵੇਂ ਪਾਉਣ ਲੱਗੇ ਨੇ, ਉਹਨਾਂ ਦੇ ਪੇਪਰ ਆ ਗਏ। ਮੌਲਵੀ ਦਾ ਚਿਹਰੇ ਦਾ ਰੰਗ ਉੜ ਗਿਆ, ਕਹਿੰਦਾ ਜੀ ਇਹ ਹੋ ਨਹੀਂ ਸਕਦਾ। ਉਹ ਕਹਿੰਦਾ ਹੋ ਨਹੀਂ ਸਕਦਾ, ਮੈਂ ਉੱਥੋਂ ਆਇਆ, ਹੋ ਕਿਉਂ ਨਹੀਂ ਸਕਦਾ? ਚੱਲ ਮੈਂ ਤੈਨੂੰ ਦਿਖਾਵਾਂ। ਮੌਲਵੀ ਕਹਿੰਦਾ ਚਲੋ ਜੀ ਮੈਨੂੰ ਨਾਲ ਲੈ ਜਾਓ। ਸਿੱਧੇ ਟਰਾਂਸਪੋਰਟ ਤੇ ਗਏ, ਸਰਦਾਰ ਜੀ ਉੱਥੇ ਨਾ ਮਿਲੇ। ਉਹ ਕਹਿੰਦਾ ਮੈਨੂੰ ਉਹਨਾਂ ਦੇ ਘਰ ਲੈ ਜਾਓ। ਜਦੋਂ ਰਵਾਬ ਉਸ ਮੌਲਵੀ ਨੂੰ ਮੀਏ ਨੂੰ ਘਰ ਲੈ ਗਿਆ ਤਾਂ ਸਰਦਾਰਾਂ ਦੇ ਜਾ ਕੇ ਦਰਵਾਜ਼ਾ ਖੜਕਾਇਆ, ਡੋਰ ਨੋਕ ਕੀਤੀ।
सरदार जी ने अंदरों निकल के दरवाजा खोलिया, हैरान होए, रवाब हुणे ते गया, 2 घंटे पहला फिर आ गया। नाल कोई सज्जन है, पूछा रवाब साहब हुक्म? कहना जी साडे मेहमान आए सी, तुहानूं मिलना चाहुंदे ने, बगदाद तो आए। तो सरदार जी ने कहा तुहाडे मेहमान ने, साडे भी मेहमान ने, बाहर क्यों खड़े हो? रवाब जी अंदर लंघ आओ। और जदों मौलवी पैर पट के सरदारां दे घर रखन लगा, तुसीं हैरान होवोगे, मौलवी ने पैर पट के सरदारां दी दहलीज ते रखन लगा, इन्ना वड्डा झटका बजा, पिछे नहीं लग पिया। दवा दवा रवाब ने फड़िया, सरदार ने बांह फड़ी, चेहरा पीला फिर गया मौलवी दा, हथ कंब रहे सी। सरदार जी ने कहा की होया मौलवी जी, सेहत ठीक है? तो मौलवी दा चेहरा पीला फिर गया। ओ मियाँ दे हथ कंब रहे सी, हथ जोड़ के कंबदे हत्थां नाल कहंदा सरदार जी सच्चो सच दसो, तुसीं मंत्र किहड़ा पढ़दे हो? मेरा कोई मंत्र नहीं चलदा तुहाडे ते, मैं अपने जादू टूणे मसाणी समाणी छड्ड के वेख लई, वो तुहाडा कारोबार नहीं कोई बिगड़िया, मैं नापाक बंदा तुहाडे घर दे अंदर नहीं पैर रख सकदा। तुहाडे घर दे अंदर कोई शक्ति है, तुहाडे कारोबार ते कोई शक्ति है, तुसीं कोई मंत्र पढ़दे हो, मेरा कोई मंत्र नहीं चलदा, मैं इन्ना नापाक बंदा है, तुहाडे घर दे अंदर पैर नहीं रख सकदा, सच्चो सच दसो सरदार जी मंत्र किहड़ा पढ़दे हो? ते सरदार जी हुण सारी गल समझ चुके सी। सरदार जी ने मुस्कुरा के प्यार नाल कहा मौलवी साहब मंत्र पता किहड़ा पढ़ीदा है? ਉਹ ਮੰਤਰ ਮੇਰਾ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਦੇ ਗਿਆ। ਉਹ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਅੰਗ ਤੇ ਲਿਖ ਦਿੱਤਾ ਹੈ। ਉਹ ਮੰਤਰ ਜਪਜੀ ਸਾਹਿਬ ਦੇ ਪ੍ਰਾਰੰਭ ਵਿੱਚ ਲਿਖ ਦਿੱਤਾ ਹੈ। ਅਸੀਂ ਰੋਜ਼ ਜਪੀਦਾ। ਇੱਕ ਵਾਰ ਤੁਸੀਂ ਵੀ ਜਪਿਓ ਸਾਧ ਸੰਗਤ, ਇੱਕ ਓੰਕਾਰ ਸਤਨਾਮ, ਇੱਕ ਓੰਕਾਰ करता पुरख करता निरभौ निर्वैर निरभौ निर अकाल मूरत अकाल अजुनी सैभं अजुनी सैभ गुर प्रसाद गुर। जदों सरदार जी ने पढ़ के सुनाया ते नाल क्या मौलवी साहब ये मंत्र मेरा गुरु नानक सानू दे गया है, यही मंत्र असीं घर विच पढ़ीदा, यही मंत्र असीं ट्रांसपोर्ट ते पढ़ीदा, यही मंत्र हर ट्राले दे अंदर लिखिया होया है। ਉਹ ਤੇਰੇ ਮੰਤਰ ਸਾਡੇ ਟਰਾਲਿਆਂ ਨੂੰ ਅੱਗ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦਾ ਮੰਤਰ ਲਿਖਿਆ ਹੋਇਆ, ਉਹਨੂੰ ਅੱਗ ਨਹੀਂ ਲੱਗ ਸਕਦੀ। ਓਏ ਮੌਲਵੀ ਦੇ ਹੱਥ ਜੋੜ ਕੇ ਉਹਨੇ ਕਿਹਾ ਸਰਦਾਰ ਜੀ ਇਹ ਸਭ ਤੋਂ ਵੱਡਾ ਮੰਤਰ ਹੈ। ਸਰਦਾਰ ਜੀ ਨੇ ਕਿਹਾ ਇਸ ਤਰ੍ਹਾਂ ਦਾ ਮੰਤਰ ਹੈ ਜਿਹੜਾ ਆਦ ਸੱਚ ਜੁਗਾਦ ਸੱਚ है पी सच नानक होसी पी सच। ते सिखो सुन वालिओ एडा वड्डा मंत्र मेरा गुरु नानक दे गया होवे, अज फिर सानू बाहर भटकना पए, इहदे नाल दी बदकिस्मती होर की है? असीं फिर जादू टूणे मंत्र पुछदे फिरीए, फिर लोग धागे बनाउंदे फिरन, फिर लोग काले दुआले किते पुछना पुछदे फिरन। इस तो बड़ी बदकिस्मती की है? माड़ा जिहा कोई दुख आ जाए तुहानूं कह देवे कोई खेत दे दूजे खुंजे जगह बनाओ, तुसीं झट बना देनी। बरमी उत्ते लोग जगह बनाई जांदे, बरमी उत्ते आ तुहाडा ही इत्थों पिंड लगना, अगे मैनूं नहीं पता किहड़ा पिंड है। पिंड वड़दिआं सार सज्जे पासे जिथे गोहे पाथियां दे ढेर लगे आ, उत्थे बेरी दे थल्ले किसी ने जगह जी बनाती, 2-3 सप जे खड़े कर दिते, वावा चलिया कम उत्थे 6 महीने। गड्डियां रुकन लग पईयां, 4 व्हीलर छोटे 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 हाथी लोग लियाण लग पे भर भर के पिंडां चों। बाद में पता नहीं वो बाबे नूं की कुछ कीता, किसी ने की होया, वो कित्थे चला गया। जगह जगह हुण उत्थों बेरी तो ढाती, हुण बीबियां फिर पाथियां पाथियां। कहण तो भाव ये है सिखो आ मेन रोड ते ही मेन ते कहण तो भाव यह है
ਅਸੀਂ ਲੋਕ ਕੱਚੇ ਆ, ਗੁਰੂ ਦੀ ਬਾਣੀ ਨਹੀਂ ਪੜ੍ਹਦੇ, ਮੰਤਰ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਤਾਂ ਅਸੀਂ ਭਟਕ ਰਹੇ ਹਾਂ। ਅੱਗੇ ਲੋਕ ਨਾ ਗਲਾਂ 'ਚ ਧਾਗੇ ਪਾਉਂਦੇ ਸੀ, ਗਲਾਂ 'ਚ ਗੰਢਾਂ ਜਿਹੀਆਂ ਬੰਨ੍ਹ ਕੇ ਗਲ 'ਚ ਪਾਉਣਾ ਧਾਗਾ, ਇਹਨੂੰ ਤਈਆ ਤਾਪ ਚੜ੍ਹ ਗਿਆ, ਕਿਸੇ ਦਾ ਸਰੀਰ ਸੁੱਕਦਾ, ਕਿਸੇ ਨੂੰ ਉਹ ਗਲ ਵਿੱਚ ਧਾਗੇ ਕਾਲੇ ਵੀ ਹੁੰਦੇ ਸੀ, ਲਾਲ ਵੀ ਹੁੰਦੇ, ਫਿਰ ਵਿੱਚ ਤਵੀਤ ਜਿਹੇ ਪਾਉਣ ਲੱਗ ਪਏ। ਹੁਣ ਤਾਂ ਨਵਾਂ ਹੀ ਟ੍ਰੈਂਡ ਚੱਲ ਪਿਆ, ਹੁਣ ਗਲ ਗੁਲ 'ਚ ਕੋਈ ਨਹੀਂ ਪਾਉਂਦਾ, ਪੈਰਾਂ ਨੂੰ ਬੰਨੀ ਜਾਂਦੇ ਆ। ਬੀਬੀਆਂ ਬੰਨ੍ਹਦੀਆਂ ਸੀ, ਬੰਦੇ ਹੀ ਬੰਨਣ ਲੱਗ ਪਏ। ਹੱਦ ਹੋ ਗਈ ਗੱਲ ਵਾਲੀ। ਉਹ ਪੜ੍ਹਿਆ ਪੜ੍ਹਾਇਆ ਨਹੀਂ ਕਿਤੇੋਂ। ਇਹ ਬੀਬੀਓ ਐਵੇਂ ਆਪਣੇ ਗਲ ਸਿਆਪੇ ਨਾ ਪਾਓ, ਧਾਗੇ ਧੁੱਗੇ ਬਿਲਕੁਲ ਨਾ ਬੰਨੋ, ਧਾਗਿਆਂ 'ਚ ਰੁਲ ਕੇ ਰਹਿ ਜਾਓਗੇ। ਮੈਨੂੰ ਬੜੀ ਹੈਰਾਨਗੀ ਹੋਈ ਹੈ, ਨਕਲ ਵੇਖੋ ਕਿਵੇਂ ਕਰਦੇ। ਪਹਿਲਾਂ ਬੀਬੀਆਂ ਕੰਨ 'ਚ ਪਾਉਂਦੀਆਂ ਸੀ, ਮੁੰਡੇ ਵੀ ਪਾਉਣ ਲੱਗ ਪਏ। ਬੀਬੀਆਂ ਧਾਗੇ ਬੰਨਣ ਲੱਗ ਪਈਆਂ, ਮੁੰਡੇ ਵੀ ਬੰਨਣ ਲੱਗ ਪਏ। ਸਤਿਗੁਰੂ ਕਿਰਪਾ ਕਰਨ, ਇਹ ਸਭ ਹਾਲਾਤ ਤਾਂ ਬਣ ਰਹੇ ਨੇ ਗਿਆਨ ਨਹੀਂ ਬਾਣੀ ਦਾ। ਬਾਣੀ ਦੇ ਗਿਆਨ ਤੋਂ ਬਣ ਜਾਏ। ਇਹਨਾਂ ਸਮਾਗਮਾਂ ਦੇ ਤਾਂ ਲਾਭ ਆ ਕਿ ਆਪਾਂ ਕੁਝ ਨਾ ਕੁਝ ਸਮਝੀਏ। ਇਹ ਜੀਵਨ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਇਹਨੂੰ ਬੁਰੇ ਪਾਸੇ ਨਾ ਲਾਓ ਭਾਈ। ਚੰਗੇ ਕਰਮ ਕਮਾਓ, ਚੰਗੇ, ਬੁਰੇ ਪਾਸੇ ਜ਼ਿੰਦਗੀ ਲਾਉਣ ਵਾਸਤੇ ਨਹੀਂ। ਇਹਨਾਂ ਸਮਾਗਮਾਂ ਦਾ ਇੱਕ ਲਾਭ ਹੋਣਾ, ਨੌਜਵਾਨ ਬੱਚੇ ਬੜੇ ਪਿਆਰ ਨਾਲ ਸੇਵਾ ਕਰਦੇ ਨੇ। ਭਾਵੇਂ ਬਹੁ ਗਿਣਤੀ ਵਿੱਚ ਮੈਨੂੰ ਦਿਸਦਾ ਕਿ ਸਿਰ ਉੱਤੇ ਬੱਚਿਆਂ ਦੇ ਕੇਸ ਨਹੀਂ, ਪਰ ਜਿਹੜੇ ਸੇਵਾ ਕਰਨ ਵਾਲੇ ਨੇ, ਕਿਤੇ ਕਿਸੇ ਦੀ ਭਾਵਨਾ ਬਣ ਗਈ ਨਾ, ਕਿਤੇ ਕਿਸੇ ਸੇਵਾ ਕਰਨ ਵਾਲੇ ਨੇ, ਕਿਸੇ ਸੇਵਾਦਾਰ ਨੇ ਭਾਵਨਾ ਬਣਾ ਕੇ ਨੌਜਵਾਨ ਨੇ ਸੇਵਾ ਕਰ ਲਈ, ਗੁਰੂ ਨੇ ਨਦਰ ਕਰ ਦੇਣੀ ਹੈ। ਉਹਨੂੰ ਲੋਕ ਦੇ ਸੁੱਖ ਪਰਲੋਕ ਦੇ ਸੁੱਖ ਸਿੱਖੀ ਵੀ ਬਖਸ਼ ਦੇਣੀ ਹੈ। ਫਿਰ ਵੇਖਿਓ, ਉਹੀਓ ਬੜੇ ਦੁਨੀਆ ਵਿੱਚ ਵੀ ਤਰੱਕੀ ਕਰਦੇ ਨੇ ਬੱਚੇ, ਤੇ ਸਿੱਖੀ ਵਿੱਚ ਵੀ। ਇੱਧਰੋਂ ਬੱਚੇ ਕਈ ਮੁੰਨੇ ਜਾਂਦੇ ਨੇ, ਮੈਂ ਬਾਹਰ ਵੇਖਿਆ, ਉੱਥੇ ਸੇਵਾ ਕਰ ਕਰਕੇ ਸਿੱਖੀ ਵੱਲ ਆ ਜਾਂਦੇ। ਸੇਵਾ ਜਿਹੜੀ ਹੈ ਉਹ ਸਿੱਖੀ ਵੱਲ ਪ੍ਰੇਰਿਤ ਕਰੇਗੀ। ਇਹਨਾਂ ਸਮਾਗਮਾਂ ਦੇ ਲਾਭ ਨੇ, ਨੌਜਵਾਨ ਬੱਚੇ ਸੇਵਾ ਕਰਦੇ ਨੇ ਤੇ ਗੁਰੂ ਨੇ ਸਿੱਖੀ ਬਖਸ਼ ਦੇਣੀ ਹੈ। ਭਾਈ ਜਿਹੜੇ ਸੇਵਾ ਤੋਂ ਬਾਹਰ ਇੱਧਰ ਉੱਧਰ ਹੀ ਘੁੰਮਦੇ ਨੇ, ਉਹ ਤਾਂ ਉਹਨਾਂ ਨੂੰ ਮਹਾਰਾਜ ਹੀ ਜਾਣਨ ਉਹਨਾਂ ਦਾ ਕੀ ਬਣਨਾ ਹੈ। ਜਿਨ੍ਹਾਂ ਮਹਾਂਪੁਰਸ਼ਾਂ ਨੇ ਸਮਾਗਮ ਸ਼ੁਰੂ ਕਰਾਏ ਨੇ, ਸਤਿਕਾਰਯੋਗ ਬਾਬਾ ਜਗਤਾਰ ਸਿੰਘ ਜੀ। ਹੁਣ ਮੈਂ ਤੁਹਾਨੂੰ ਪ੍ਰਤੱਖ ਗੱਲ ਸੁਣਾਦਾ, 2-3 ਸਾਲ ਦੀ ਗੱਲ ਹੈ। ਸਵੇਰੇ ਸਿਆਲਾਂ ਦੀ ਰੁੱਤ, ਕੋਈ 10-11 ਵਜੇ ਹੋਣੇ, ਬਾਹਰ ਦਰੀ ਉੱਥੇ ਵਿਛੀ ਹੋਈ ਸੀ ਡੇਰੇ, ਤੇ ਬਾਬਾ ਜੀ ਮੰਜੇ ਤੇ ਬੈਠੇ, ਅਸੀਂ ਵੀ ਚਲੇ ਗਏ। ਪਿਆਰ ਨਾਲ ਕਹਿੰਦੇ ਇੱਥੇ ਬੈਠੋ ਮੰਜੇ ਤੇ। ਮੈਂ ਕਿਹਾ ਜੀ ਨਹੀਂ, ਇੱਥੇ ਠੀਕ। ਅਜੇ ਬੈਠੇ 10-15 ਮਿੰਟ ਹੋਏ, ਇੰਨੇ ਨੂੰ 2 ਨੌਜਵਾਨ, ਇੱਕ ਲੜਕੇ ਨੂੰ ਮੈਂ ਜਾਣਦਾ, ਉਹ ਇੱਥੇ ਔੜ ਦੇ ਲਾਗੇ ਪਿੰਡ ਹੈ ਜੀ, ਗੜੀ ਅਜੀਤ ਸਿੰਘ ਦੀ ਇਹ ਪਿੰਡ। ਦੂਜੇ ਲੜਕੇ ਦਾ ਮੈਨੂੰ ਪਿੰਡ ਨਹੀਂ ਪਤਾ, ਉਹ ਵੀ ਮੈਂ ਤਾਂ ਜਾਣਦਾ ਸੀ, ਸਾਡੇ ਪਿੰਡੋਂ ਦੀ ਰਿਸ਼ਤੇਦਾਰੀ। ਉਹ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਆਏ। ਉਹਨੇ ਪਿੱਛੇ ਜਿੱਥੇ ਵੜਦਿਆਂ ਸਾਰ ਖੈਲ ਬਣੀ ਹੈ ਬਰਤਨ ਧੋਣ ਵਾਸਤੇ, ਉੱਥੇ ਡੇਰੇ, ਉੱਥੇ ਉਹਨੇ ਮੋਟਰਸਾਈਕਲ ਲਾਇਆ। ਤਾਂ ਉਹਨਾਂ ਨੇ ਹੱਥ ਧੋਤੇ, ਆ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਸਤਿਕਾਰ ਵਜੋਂ ਬਹਿ ਗਏ। ਜਦੋਂ ਉਹ ਬੈਠੇ, ਮਿੰਟ 2 ਹੋਏ ਉਹਨਾਂ ਨੂੰ ਬੈਠਿਆਂ, ਉਦਣ ਮੈਂ ਪਹਿਲੀ ਵਾਰ ਵੇਖਿਆ ਬਾਬਾ ਜੀ ਨੇ ਗੁੱਸੇ ਵਿੱਚ ਇੱਕ ਨਹੀਂ ਕਈ ਗਾਲਾਂ ਕੱਢੀਆਂ ਉਹਨਾਂ ਨੂੰ। ਮੈਂ ਵੀ ਬੜਾ ਹੈਰਾਨ ਹੋਇਆ ਵੀ ਸੰਤ ਦੇ ਮੁਖ ਤੋਂ ਗਾਲਾਂ ਸੋਭਾ ਨਹੀਂ ਦਿੰਦੀਆਂ। ਇਹ ਸੰਤ ਮਹਾਂਪੁਰਸ਼ ਨੇ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਮੇਰਾ ਮਨ ਇਸ ਤਰ੍ਹਾਂ ਕਹਿ ਰਿਹਾ ਸੀ। ਫਿਰ ਮੈਂ ਸੋਚਿਆ ਇਹਨਾਂ ਦਾ ਦੋਸ਼ ਕੀ ਹੋਏਗਾ। ਇਹ ਤੇ ਹੁਣੇ ਹੀ ਆਏ ਨੇ, ਹਜੇ ਮੋਟਰਸਾਈਕਲ ਖੜਾ ਕਰਕੇ ਬੈਠੇ ਨੇ। ਉਹ ਕੁਝ ਕਹਿਣਾ ਚਾਹੁੰਦੇ ਸੀ ਦੋਵੇਂ ਜਣੇ, ਬਾਬਾ ਜੀ ਨੇ ਗਾਲਾਂ ਸ਼ੁਰੂ ਕਰਤੀਆਂ, 2 4 10 ਲਗਾਤਾਰ ਕੱਢਤੀਆਂ। ਤਾਂ ਫਿਰ ਬਾਬਾ ਜੀ ਕਹਿੰਦੇ, ਕੁੱਤਿਓ ਨਹਾ ਕੇ ਆਏ ਹੋਏ? ਉਹ ਕਹਿੰਦੇ ਜੀ ਨਹੀਂ। ਤਾਂ ਇੱਕ ਸੇਵਾਦਾਰ ਉੱਥੇ ਕੋਈ ਸੇਵਾ ਕਰਦਾ ਸੀ, ਮੱਝਾਂ ਨਲਾਉਂਦਾ, ਉਹਨੂੰ ਕਹਿੰਦੇ ਇਹਨੂੰ ਬਾਲਟੀਆਂ 2 ਪਾਣੀ ਦੀਆਂ ਦੇ, ਚਲੋ ਨਹਾਓ ਜਾ ਕੇ। ਉਹ ਦੋਵੇਂ ਨੌਜਵਾਨ 7 ਵਚਨ ਕਹਿ ਕੇ ਨਹਾਉਣ ਚਲੇ ਗਏ ਉੱਥੇ। ਉਹ ਬਾਲਟੀਆਂ 2-2 ਪਾਣੀ ਦੀਆਂ ਦਿੱਤੀਆਂ, ਨਲਾਇਆ ਉਹਨਾਂ ਨੂੰ ਉੱਥੇ। ਮੇਰੇ ਬੈਠਿਆਂ ਦੋਵੇਂ ਨੌਜਵਾਨ ਨਹਾ ਕੇ ਆਏ। ਤੇ ਫਿਰ ਬਾਬਾ ਜੀ ਕਹਿੰਦੇ ਉੱਪਰ ਮੱਥਾ ਟੇਕ ਕੇ ਆਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ। ਫਿਰ ਉਹ ਮੱਥਾ ਵੀ ਟੇਕ ਕੇ ਆਏ। ਮੱਥਾ ਟੇਕ ਕੇ ਫਿਰ ਵਾਪਸ ਆ ਗਏ। ਕਹਿੰਦੇ ਹੁਣ ਦੱਸੋ
फिर वो नौजवान गढ़ी वाले ने कहा जी आह मेरे नाल लड़का आया तो एक लड़की का विआह आ दुध वास्ते, वो कहते पहुँच जूगा, होर दसो की चाहिए। वो कार्ड ले लिया उन्हें। ते फिर बाबे ने एक इशारा किया, कहते ओ कुत्त्यो गुरु के अस्थान ते महापुरुषों के अस्थान ते आई दे, सच्चे होके आया करो। सच्चे की पता नहीं केड़ा कर्म किया सी, केड़ा कोई नशा करके आए, की कर्म करके आए सी। पर एक गल सच है, वो नौजवान ओदे हथ काले सी, वो कम कोई गड्डियां गुड्डियां दा करदा, मोटरसाइकिलों का जिहड़ा इत्थे दा सी। उस दिन नला दिता, कालक कली हत्थां शरीर दी नहीं धोती, अंदर दे औगण पाप भी शायद धोते गए। उस दिन तो बाद उन्होंने हथ काले करने नहीं पे। 1.5 महीने दे विच विच वीजा आ गया। हुण बाहर ही आ दोवें नौजवान, बाहर आ विदेश। गढ़ी वाले का मैनूं पता है, दूजे का पता नहीं किहड़े देश है। गढ़ी वाला जिहड़ा वो हुण कुवैत विच है। जे किसी नूं शक होवे मैं फोन ते उहदे नाल गल करा सकदा। वो नौजवान बाहर विदेश विच है। कहण तो भाव ये है, असीं दिलों चों मैल कढ के किते सेवा कर लई, इत्थों सब कुछ मिल जाना। ये तो रब दे घर दे सचखंड दे बीजे लग जाते हैं। आ ते माड़े मोटे देश ने, पर दिलों मैल ते कढ़ दईए, बुरे कर्म ना करिए, गुरु नूं समर्पित होकर मैल कढ़ के सेवा करिए, संगत करिए, सब कुछ मिलता। इत्थों सब कुछ मिलता। सच्चे साहिबा क्या नहीं घर तेरे, घर तां तेरे सब किश है, जिस देहें सो पावे। साचे साहिबा क्या नहीं घर तेरे, घर तां तेरे सब किश है, जिस देहें सो पावे। सतगुरु कृपा करन। 1.5 घंटा समा समाप्त हो गया। मैं सवेरे 7 तो 8 रिकॉर्डिंग भी करवानी है। फिर कल दरबार साहब पहुँचना, कल रात का भी अमृतसर समागम है, परसों सवेरे मंजी साहब दरबार साहब तो कथा की सेवा है। इसलिए इन्नी सेवा प्रवान करो। आओ अपने गुरु तो कुरबान ते बलिहार जाइए। एक बार प्यार नाल हथ जोड़ के कह दिओ, धन श्री गुरु ग्रंथ साहब जी, धन श्री गुरु। गज के धन श्री गुरु, धन श्री गुरु, धन श्री गुरु। ऐसे गुर को वल बल जाइए, ऐसे गुर को वल बल जाइए, ऐसे गुर को वल बल, ऐसे गुर को, ऐसे गुर को वल बल जाइए। आप मुकत मोहे दारे, ऐसे गुर को वल बल जाइए। आप मुकत मोहे दारे, ऐसे गुर को वल बल, आप मुकत मोहे। गज के ऐसे गुर को वल बल, सारे कह दो एक बार, ऐसे गुर को वल बल जाइए, ऐसे गुर को वल बल जाइए, ऐसे गुर को, ऐसे गुर को, ऐसे गुर को वल बल जाइए। आप मुकत मोहे तारे, ऐसे गुर को वल वल जाइए। आप मुकत मोहे तारे, ऐसे गुर को आप मुकत मोहे, ऐसे गुर को। भैनों आवाज़ नहीं आती तुहाडी, जिन्नी गिणती विच बैठे हो तुहाडी आवाज़ पिंड तक तो पहुँच जाए। एक बार सारे प्यार नाल कह दिओ, ऐसे गुर को वल बल जाइए, ऐसे गुर को वल बल जाइए, ऐसे गुर को। धन श्री गुरु ग्रंथ साहिब जी,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ। ਵਾਹ ਵਾਹ। ऐसे गुर को वल बल जाइए, ऐसे गुर को वल बल जाइए, ऐसे गुर को ऐसे गुर को वल बल जाइए, आप मुकत मोए तारे, ऐसे गुर कवल बल जाइए, अब मुकत मोए तारे, ऐसे गुर को ऐसे गुर को अब मुकत मोए तारे। सतगुरु किरपा करन, तुहाडी सारियां दी हाज़री दरगाही प्रवान होवे, सेवादारां दी सेवा प्रवान होवे। नगर विच मेरा सतगुरु एकता, इतफाक, प्रेम और प्यार बख्शे। समागम इस वास्ते कराए जाते हैं कि प्रेम वधे, प्यार वधे। और सेवादारां नूं खास करके बेनती है, बहुत सुलझे हुए नौजवान ने, फिर भी जिन्ने सुन रहे हो, क्योंकि हुण मैं तां बेनती करन लगा कि सेवा तो विहले हो गए भाई, जिन्ने सेवादार हो, बहुत ज़्यादा निमरता चाहिए। संगत विच बहुत तरह के लोग आउंदे ने, आपां बहुत निमरता नाल, प्यार नाल हथ जोड़ के जी आयां नूं हर एक नूं कहना है, और प्यार नाल सेवा करनी, किसी का गुस्सा नहीं करना। जिन्ने प्यार नाल सेवा करोगे, उन्ना प्यार तुहानूं गुरु दे घरों मिलेगा। सतगुरु किरपा करन, तुहाडीआं सेवावां साध संगत प्रवान होण। कोटान कोट शुक्र पिता गुरु ग्रंथ साहिब महाराज जी दा, जो त्रुट के बख्शिशां करदे हन। असीस बख्शिओ। सतगुरु जो रसना तो खवाउंदे हन, असीं अपने जीवन विच भी कमा सकीए, कल्ले कहण जोगे ना रह जाइए। मेरा सतगुरु जीवन बख्शे, तां जो आप संगत दी चरण धूड़ नाल साडा भी जीवन जन्म सफल होवे। सतगुरु तुहानूं होर भाग लाउण, इन्नियां बेनतियां प्रवान करिया जे। इत्थे ही समाप्ति। वाहिगुरू जी का खालसा, वाहिगुरू जी की फतेह।